ਨੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਛੰਦ ਸਵਾ ਜਾਮ ਜਾਮਨ ਤੇ ਕੀਰਤਨ ਕਰੈ ਰਬਾਬੀ ਸ਼ਬਦ ਉਚਾਰ ਸ੍ਰੀ ਅਰਜਨ ਜੁਤ ਮੋਹਰੀ ਆਦਿਕ ਸੁਨੈ ਸਕਲ ਅਰ ਕਰੈ ਵਿਚਾਰ ਸਵਾ ਜਾਮ ਜਾਮਨ ਤੇ ਕੀਰਤਨ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਗੁਰੂ ਪਿਆਰ ਵਾਲੀ ਸੰਗਤ ਦੋਵੇਂ ਹੱਥ ਜੋੜੋ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੋਰ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਬਾਣੀ ਦਾ ਪਾਠ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ। ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਵੈ। ਇਸ ਸੰਸਾਰ ਰੂਪੀ ਸਮੁੰਦਰ ਵਿੱਚ ਉਹੋ ਹੀ ਤਰੇਗਾ ਜਿਹੜਾ ਰੱਬ ਦੇ ਗੁਣ ਗਾਉਂਦਾ ਹੈ ਜੀ। ਇਹ ਆਮ ਸਾਗਰ ਨਹੀਂ ਹੈਗਾ ਵੀ ਜਿਹਨੂੰ ਬੰਦਾ ਤੈਰ ਕੇ ਲੰਘ ਜਾਏਗਾ। ਇੱਥੇ ਜੇ ਕਿਸੇ ਨੇ ਤਰਨਾ ਹੈ ਸੰਸਾਰ ਚੋਂ ਪਾਰ ਉਤਰਨਾ ਹੈ ਉਹ ਫਿਰ ਵਾਹਿਗੁਰੂ ਜੀ ਦੇ ਗੁਣ ਗਾਵੇ ਜੀ। ਮਹਾਰਾਜ ਜੀ ਦਾ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ। ਆਓ ਹੁਣ ਲੜੀਵਾਰ ਇਤਿਹਾਸ ਦੀ ਕਥਾ ਕੁਝ ਸਮੇਂ ਵਾਸਤੇ ਆਪਾਂ ਨੇ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਗਏ ਹਨ। ਕੱਲ ਤੁਸੀਂ ਸੁਣਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਰਸੀ ਪੂਰਨਮਾਸੀ ਦਾ ਜੱਗ ਮੇਲਾ ਜਿਹੜਾ ਹੈ ਉਹ ਗੋਇੰਦਵਾਲ ਸਾਹਿਬ ਕੀਤਾ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਈਆਂ। ਹਰ ਇੱਕ ਦੀਆਂ ਸੇਵਾ ਵਾਸਤੇ ਡਿਊਟੀਆਂ ਲੱਗੀਆਂ ਜੀ। ਕਿਸੇ ਦੇ ਡਿਊਟੀ ਕੀਰਤਨ ਕਰਨ ਦੀ, ਕਿਸੇ ਦੀ ਕਥਾ ਕਰਨ ਦੀ, ਕਿਸੇ ਦੀ ਭਾਂਡੇ ਮਾਂਜਣ ਦੀ, ਕਿਸੇ ਦੀ ਬਾਲਣ ਲਿਆਉਣ ਦੀ, ਕਿਸੇ ਦੀ ਸੰਗਤ ਦੀ ਪਾਣੀ ਲਿਆਉਣ ਦੀ, ਕਿਸੇ ਦੀ ਕਿਸੇ ਕੰਮ ਦੀ ਡਿਊਟੀ, ਕਿਸੇ ਦੀ ਕਿਸੇ ਕੰਮ ਦੀ। ਗੁਰੂ ਅਰਜਨ ਦੇਵ ਜੀ ਨੇ ਮੰਗ ਕੇ ਸੇਵਾ ਲਈ ਜੀ। ਮਹਾਰਾਜ ਸਾਰਿਆਂ ਨੂੰ ਕਹਿਣ ਲੱਗੇ, ਭਾਈ ਵੱਡੇ ਗੁਰੂਆਂ ਦਾ ਪੁਰਬ ਹੈ, ਸਾਰਿਆਂ ਨੂੰ ਹੀ ਸੇਵਾ ਕਰਨੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ, ਅਸੀਂ ਵੀ ਇੱਕ ਸੇਵਾ ਕਰਨੀ, ਤੁਸੀਂ ਨਾ ਕਰਿਓ। ਸਿੱਖ ਕਹਿੰਦੇ, ਮਹਾਰਾਜ ਦੱਸੋ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਆਉਣ ਵਾਲੀਆਂ ਸੰਗਤਾਂ ਦੇ ਚਰਨ ਮੈਂ ਆਪ ਧਵਾਵਾਂਗਾ। ਕਹਿਣ ਲੱਗੇ, ਜਦੋਂ ਸਤਿਗੁਰੂ ਜੀ ਨੇ ਇਹ ਗੱਲ ਕੀਤੀ, ਸਿੱਖ ਕਹਿੰਦੇ, ਮਹਾਰਾਜ ਆਪ ਜੀ ਕੋਲੋਂ ਚਰਨ ਧਵਾਉਣੇ ਹੀ ਨਹੀਂ ਕਿਸੇ ਨੇ। ਸਾਰੇ ਆਪ ਜੀ ਨੂੰ ਪੂਜਦੇ, ਮਹਾਰਾਜ ਤੁਸੀਂ ਸਾਡੇ ਮਾਲਕ, ਸਾਡੇ ਪਰਮੇਸ਼ਰ। ਕੋਈ ਪਰਮੇਸ਼ਰ ਕੋਲੋਂ ਵੀ ਆਪਣੇ ਪੈਰ ਧਵਾਏਗਾ? ਮਹਾਰਾਜ ਕਹਿਣ ਲੱਗੇ, ਸਾਡੀ ਸੇਵਾ। ਮਹਾਰਾਜ ਕਹਿਣ ਲੱਗੇ, ਗੁਰੂ ਅਮਰਦਾਸ ਜੀ ਦੀ ਯਾਦ 'ਚ ਕਰਨਾ। ਇਸ ਗੱਲ ਤੋਂ ਇੱਕ ਸੁਮੱਤ ਮਿਲਦੀ ਹੈ, ਕਿਉਂ ਅਸੀਂ ਕਲਯੁਗੀ ਜੀਵ ਹਾਂ। ਛੋਟੀ ਮੋਟੀ ਪਦਵੀ ਆ ਜੇ ਮਨ 'ਚ ਹਉਮੈ ਹੰਕਾਰ ਆ ਜਾਂਦੀ ਹੈ। ਅਸੀਂ ਬਹੁਤ ਛੇਤੀ ਸਾਡਾ ਮਨ ਮੈਲਾ ਹੋ ਜਾਂਦਾ ਜੀ, ਬਹੁਤ ਛੇਤੀ ਜੀ। ਪਰ ਚੇਤਾ ਰੱਖਿਓ, ਇਸ ਗੱਲ ਤੋਂ ਸਿੱਖਿਆ ਮਿਲਦੀ ਹੈ, ਗੁਰੂ ਜੀ ਦਾ ਗੁਰਪੁਰਬ ਹੋਵੇ, ਭਾਵੇਂ ਕਿੰਨਾ ਵੀ ਵੱਡਾ ਬੰਦਾ ਕਿਉਂ ਨਾ ਹੋਵੇ, ਉਹਨੂੰ ਆਪ ਸੇਵਾ ਕਰਨੀ ਚਾਹੀਦੀ ਹੈ ਜੀ। ਸੇਵਾ ਕੀਤਿਆਂ ਗੁਰੂਆਂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਬੜਾ ਵੱਡਾ ਜੱਗ ਮੇਲਾ ਹੋਇਆ ਜੀ। ਕਹਿੰਦੇ ਜੱਗ ਮੇਲੇ 'ਤੇ ਜਿਹੜਾ ਹਾਜ਼ਰੀ ਭਰਦਾ ਹੈ ਨਾ, ਉਹਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਫਲ ਮਿਲਦਾ ਹੈ ਜੀ। ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਫਲ ਜਿਹੜਾ ਹੈ ਉਹ ਭੱਟਾਂ ਨੇ ਦੱਸਿਆ ਜੀ। ਗੱਜ ਕੇ ਆਖੋ, ਵਾਹਿਗੁਰੂ। ਗੁਰ ਅਮਰਦਾਸ ਪਰਸਿਆ ਪੋਹਮ ਪਾਤਕ ਵਿਨਾਸ਼ ਹੈ। ਗੁਰ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਬੰਦੇ ਦੇ ਪਾਪ ਮੁੱਕ ਜਾਂਦੇ ਜੀ। ਗੁਰ ਅਮਰਦਾਸ ਪਰਸਿਆ ਸਿੱਧ ਸਾਧਕ ਆਸਸ ਹੈ। ਗੁਰ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਜੀ। ਗੁਰ ਅਮਰਦਾਸ ਪਰਸਿਆ ਧਿਆਨ ਲਹੀਆ ਪਉ ਮੁਕਹੇ। ਕਹਿੰਦੇ ਗੁਰੂ ਅਮਰਦਾਸ ਜੀ ਨੂੰ ਯਾਦ ਕੀਤਿਆਂ ਬੰਦੇ ਦਾ ਧਿਆਨ ਪੱਕਾ ਹੁੰਦਾ ਜੀ। ਧਿਆਨ ਪੱਕਾ ਹੁੰਦਾ। ਜਿਹੜਾ ਧਿਆਨ ਟਿਕਦਾ ਨਹੀਂ ਹੈ, ਗੁਰੂ ਅਮਰਦਾਸ ਜੀ ਨੂੰ ਯਾਦ ਕਰੋ, ਮਹਾਰਾਜ ਜੀ ਦੇ ਚਰਨਾਂ 'ਚ ਜੁੜੋ, ਤੁਹਾਡਾ ਧਿਆਨ ਪੱਕਾ ਹੋਣ ਲੱਗ ਪਏਗਾ ਜੀ। ਪਉ ਮੁਕਹੇ, ਆਵਾਗਮਨ ਦਾ ਫੇਰਾ ਵੀ ਮੁੱਕ ਜਾਂਦਾ ਹੈ ਜੀ। ਇਹ ਗੁਰੂ ਜੀ ਦੇ ਦਰਸ਼ਨਾਂ ਦਾ ਫਲ ਹੈਗਾ ਜੀ। ਬੜਾ ਲੰਬਾ ਸਵਈਆ। ਇੱਕ ਬਿਨ ਦੁੱਗਣ ਜੋ ਤੋਰ ਹੈ, ਜਾਲਪਾ ਪਦਾਰਥ ਇਤਰੈ, ਗੁਰ ਅਮਰਦਾਸ ਡਿਠੇ ਮਿਲੈ। ਇੱਕ ਬਿਨ ਦੁੱਗਣ ਜੋ ਤੋਰ ਹੈ, ਜਾਸੁ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲੈ। ਸੋ ਸੰਗਤਾਂ ਨੇ ਜੱਗ ਮੇਲੇ ਵਿੱਚ ਹਾਜ਼ਰੀ ਭਰੀ। ਬਹੁਤ ਸੰਗਤਾਂ ਹਾਜ਼ਰੀ ਭਰ ਕੇ ਚਲੇ ਗਈਆਂ। ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਹੀ ਰਹਿ ਪਏ ਜੀ। ਮਹਾਰਾਜ ਕਹਿਣ ਲੱਗੇ, ਅਸੀਂ ਕੁਝ ਦਿਨ ਗੋਇੰਦਵਾਲ ਸਾਹਿਬ ਰਹਿਣਾ। ਕਥਾ ਕੀਰਤਨ ਹੁੰਦਾ ਅਤੇ ਗੁਰੂ ਸਾਹਿਬ ਅੰਦਰ ਦੀ ਵਿਚਾਰ ਕਰਦੇ ਆ ਜੀ। ਅਵਸਥਾ ਕਿੱਥੇ ਕੁ ਪਹੁੰਚ ਗਈ ਹੈ, ਹਰ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਹੈ। ਬੜੇ ਸਾਲ ਹੋ ਗਏ ਸਾਨੂੰ ਲੱਗਿਆਂ ਨੂੰ, ਅਸੀਂ ਕਿੱਥੇ ਕੁ ਪਹੁੰਚੇ ਹਾਂ ਜੀ। ਬੜੇ ਸਾਲ ਹੋ ਗਏ ਲੱਗਿਆਂ ਨੂੰ। ਆਪਾਂ ਵੇਖ ਲਈਏ, ਕਿਸੇ ਨੂੰ 2 ਸਾਲ, ਕਿਸੇ ਨੂੰ 3 ਸਾਲ, ਕਿਸੇ ਨੂੰ 20-20 ਸਾਲ ਵੀ ਹੋ ਜਾਂਦੇ ਆ। ਅੰਦਰ ਦੀ ਤਰੱਕੀ ਨਹੀਂ ਹੁੰਦੀ ਸੰਗਤ ਦੀ। ਅੰਦਰ ਉੱਥੇ ਹੀ ਖਲੋਤਾ ਜੀ। ਵਿਚਾਰ ਕਰੀਏ ਵੀ ਸਾਡੇ ਅੰਦਰੋਂ ਕਾਮ ਕ੍ਰੋਧ ਕਿੰਨਾ ਕੁ ਘਟਿਆ ਜੀ। ਹਾਂਜੀ, ਸਾਡੇ ਅੰਦਰ ਨਾਮ ਦਾ ਆਨੰਦ ਕਿੰਨਾ ਕੁ ਵਧਿਆ, ਸਾਡਾ ਨਿਤਨੇਮ ਕਿੰਨਾ ਕੁ ਵੱਧ ਗਿਆ। ਮਤਲਬ ਕੋਈ ਪ੍ਰਾਪਤੀ ਤੇ ਹੋਵੇ ਜੀ। ਕਿਸੇ ਸਕੂਲ ਵਿੱਚ ਬੰਦਾ ਜਾਵੇ, ਰੋਜ਼ ਜਾਈ ਜਾਵੇ, ਫੇਰਾ ਮਾਰੀ ਜਾਵੇ, ਸਿੱਖੇ ਕੁਝ ਵੀ ਨਾ ਜੀ, ਪ੍ਰਾਪਤੀ ਕੁਝ ਵੀ ਨਾ ਹੋਵੇ, ਤੇ ਫਿਰ ਫਾਇਦਾ ਕੀ ਹੋਇਆ ਜੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਵਿਚਾਰ ਕਰਦੇ ਆ, ਆਤਮਾ ਦੀ ਵਿਚਾਰ ਕਰਦੇ ਆ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਸੁਰਤੀਆਂ ਜੋੜੋ ਧੰਨ ਗੁਰੂ ਅਮਰਦਾਸ ਜੀ ਦੇ ਮਹਾਨ ਸਥਾਨ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਹਨ। ਬੜੇ ਕੀਮਤੀ ਬਚਨ ਨੇ ਔਰ ਬੜੇ ਧਿਆਨ ਨਾਲ ਸੁਣਨ ਵਾਲੇ ਬਚਨ ਨੇ। ਅੱਜ ਦੀ ਕਥਾ ਵਿੱਚ ਸਾਰੀਆਂ ਸੰਗਤਾਂ ਆਪਾਂ ਕਥਾ ਸਰਵਣ ਕਰੀਏ।
ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਾ ਜਾਮ ਜਾਮਨ ਤੇ ਕੀਰਤਨ ਕਰੈ ਰਬਾਬੀ ਸ਼ਬਦ ਉਚਾਰ। ਜਦੋਂ ਸਵਾ ਜਾਮ ਜਾਮਨ ਰਾਤ ਦਾ ਇੱਕ ਪੈਰ ਰਹਿ ਜਾਂਦਾ ਜੀ, ਸਵਾ ਪੈਰ ਜੀ, ਅੰਮ੍ਰਿਤ ਵੇਲਾ ਹੋ ਜਾਂਦਾ ਜੀ, ਰਬਾਬੀ ਸਿੱਖ ਕੀਰਤਨ ਕਰਦੇ। ਉਦੋਂ ਹਾਰਮੋਨੀਅਮ ਨਾਲ ਨਹੀਂ ਸੀ ਹੁੰਦਾ, ਰਬਾਬ ਨਾਲ ਹੀ ਕੀਰਤਨ ਹੁੰਦਾ ਸੀ। ਸਵਾ ਜਾਮ ਜਾਮਨ ਤੇ ਕੀਰਤਨ ਕਰਹਿ ਰਬਾਬੀ ਸ਼ਬਦ ਉਚਾਰ। ਗੁਰਬਾਣੀ ਦੇ ਸ਼ਬਦ ਪੜ੍ਹ ਕੇ ਰਬਾਬੀ ਸਿੱਖ ਕੀਰਤਨ ਕਰਦੇ ਹਨ। ਸ੍ਰੀ ਅਰਜਨ ਜੁਤ ਮੋਹਰੀ ਆਦਿਕ ਸੁਨੈ ਸਕਲ ਅਰ ਕਰੈ ਵਿਚਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਬਾਬਾ ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਸਾਰੇ ਕੀਰਤਨ ਸੁਣ ਕੇ ਵਿਚਾਰ ਕਰਦੇ ਜੀ ਅੰਦਰ ਜੀ, ਕਿੱਥੇ ਕੁ ਪਹੁੰਚ ਗਏ। ਚੇਤਾ ਰੱਖਿਓ, ਕਥਾ ਸੁਣਨ ਨਾਲ ਵੀ ਗੱਲ ਨਹੀਂ ਚੇ ਬਣਦੀ ਜਿੰਨਾ ਚਿਰ ਤੱਕ ਬੰਦਾ ਆਪਣੇ ਆਪ ਨਹੀਂ ਵਿਚਾਰ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਪ੍ਰੇਮ ਨਾਲ ਵਾਹਿਗੁਰੂ। ਕਥਾ ਸੁਣਨ ਨਾਲ ਪੁੰਨ ਵੱਧਦੇ ਆ, ਪਰ ਜੀਵਨ ਉਦੋਂ ਬਦਲਦਾ ਜਦੋਂ ਆਪਣੇ ਅੰਦਰ ਵਿਚਾਰ ਕਰਦਾ ਜੀ ਬੰਦਾ ਜੀ। ਸਾਰੇ ਸ਼ਬਦ ਦੀ ਵਿਚਾਰ ਕਰਦੇ ਆ। ਹਾਂਜੀ। ਮਿਥਿਆ ਜਗਤ ਜਾਨ ਕਰ ਨਿਸ਼ਚੈ ਅੰਤਰ ਬ੍ਰਿਤੀ ਕਰੈ ਸੁਖ ਕਾਰ। ਕਿਉਂਕਿ ਜਗ ਮੇਲੇ ਤੇ ਆਏ ਆ, ਗੁਰੂ ਅਮਰਦਾਸ ਜੀ ਦੀ ਬਰਸੀ ਤੇ ਆਏ ਆ, ਇਸ ਕਰਕੇ ਜਗਤ ਨੂੰ ਮਿਥਿਆ ਹੀ ਜਾਣਦੇ ਸਾਰੇ ਜੀ। ਮਿਥਿਆ ਬੜੀ ਵਾਰੀ ਸ਼ਬਦ ਆਉਂਦਾ ਮਿਥਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਵੀ ਹੈ, ਸਾਧੋ ਇਹੋ ਤਨ ਮਿਥਿਆ ਜਾਨੋ। ਆਉਂਦਾ ਹੈ ਨਾ ਸ਼ਬਦ, ਸਾਧੋ ਇਹੋ ਤਨ ਮਿਥਿਆ ਜਾਨੋ। ਮਿਥਿਆ ਸ਼ਬਦ ਆਪਾਂ ਧਿਆਨ ਨਹੀਂ ਦਿੰਦੇ, ਆਮ ਹੀ ਆਪਾਂ ਇਹ ਸ਼ਬਦ ਬੋਲਦੇ ਹਾਂ ਆਪਣੀ ਬੋਲੀ 'ਚ। ਅਸੀਂ ਕਹਿੰਦੇ ਆ ਵਿਆਹ ਵਾਲਾ ਦਿਨ ਮਿਥਿਆ ਗਿਆ ਜੀ, ਇਸ ਤਰ੍ਹਾਂ ਹੀ ਕਹਿੰਦੇ ਆ ਨਾ ਜੀ, ਵਿਆਹ ਵਾਲਾ ਦਿਨ ਮਿਥਿਆ ਗਿਆ ਜੀ। ਹੁਣ ਮਿੱਥੇ ਹੋਏ ਦਿਨ ਵਾਲੇ ਦਿਨ ਵਿਆਹ ਹੋਏਗਾ ਜੀ। ਕਾਰਡ ਛਪ ਜਾਂਦੇ ਆ, ਰਿਸ਼ਤੇਦਾਰਾਂ ਨੂੰ ਦੱਸਿਆ ਜਾਂਦਾ ਹੈ, ਸਾਰੇ ਆ ਜਾਂਦੇ ਆ ਜੀ। ਮਿਥਿਆ ਆਪਾਂ ਮੰਨਦੇ ਵੀ ਦਿਨ ਪੱਕਾ ਹੋ ਗਿਆ ਜੀ, ਇਹ ਗੱਲ ਮਿੱਥੀ ਗਈ ਹੈ ਜੀ। ਹੁਣ ਫਿਰ ਸੁਣਿਓ, ਕਿਸੇ ਨੇ ਕੈਨੇਡਾ ਜਾਣਾ ਹੈ ਜੀ, ਦਿਨ ਮਿਥਿਆ ਜਾਂਦਾ, ਇੰਨੀ ਤਰੀਕ ਨੂੰ ਜਾਣਾ, ਇੰਨੀ ਤਰੀਕ ਦੀ ਟਿਕਟ ਹੈ ਜੀ। ਫਿਰ ਬੰਦਾ ਕੀ ਕਰਦਾ ਜੀ, ਮਿੱਥੇ ਹੋਏ ਦਿਨ ਦੀ ਤਿਆਰੀ ਸ਼ੁਰੂ ਕਰਦਾ ਜੀ। ਘਰ 'ਚ ਧੀ ਦਾ ਵਿਆਹ ਰੱਖਿਆ ਜੀ, ਮਿਥਿਆ ਗਿਆ, ਤੇ ਤੁਸੀਂ ਸਿਆਣੇ ਬੈਠੇ ਹੋ। ਇੱਕ ਗੱਲ ਆਮ ਹੀ ਪ੍ਰਚਲਿਤ ਹੈ ਵੀ ਜਿਹੜਾ ਦਿਨ ਮਿਥਿਆ ਗਿਆ ਸਮਝੋ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਹੁਣ ਵਿਆਹ ਦੀ ਤਰੀਕ ਰੱਖਦੀ ਸਮਝੋ ਆ ਗਈ, ਪਰ ਵਿਆਹ ਦੀ ਬੰਦਾ ਤਿਆਰੀ ਕਰਦਾ ਵੀ ਦਿਨ ਮਿਥਿਆ ਗਿਆ। ਪਰ ਚੇਤਾ ਰੱਖਿਓ, ਕਈ ਵਾਰੀ ਕੁਝ ਕਾਰਨ ਐਸੇ ਵਰਤ ਜਾਂਦੇ ਆ, ਮਿੱਥੇ ਹੋਏ ਦਿਨ ਬਦਲ ਜਾਂਦੇ ਆ ਜੀ। ਛਿਆਟੇ ਨਾਰਾਇਣਗੜ੍ਹ ਅੱਜ ਕਥਾ ਕਰਕੇ ਆਇਆ ਜੀ, ਉੱਥੇ ਬੀਬੀ ਨਿੰਦਰ ਕੌਰ ਨੇ ਸਰੀਰ ਤਿਆਗਿਆ ਸੀਗਾ ਜੀ। ਅੱਜ ਦੇ ਦਿਨ ਉਹਦੇ ਪੁੱਤ ਦਾ ਵਿਆਹ ਹੋਣਾ ਸੀਗਾ ਜੀ, ਕਾਰਡ ਛਪੇ ਸਨ, ਦਿਨ ਮਿਥਿਆ ਸੀ, ਪਰ ਅੱਜ ਦੇ ਦਿਨ ਮਾਂ ਦਾ ਭੋਗ ਪਿਆ ਜੀ। ਇਹਦਾ ਮਤਲਬ ਉਹ ਮਿਥਿਆ ਹੋਇਆ ਜਿਹੜਾ ਦਿਨ ਸੀ ਉਹ ਬਦਲ ਸਕਦਾ ਹੈ ਜੀ, ਪਰ ਉਹਨਾਂ ਤਿਆਰੀ ਕੀਤੀ ਸੀਗੀ ਜੀ। ਬੰਦੇ ਨੇ ਜਿਹੜੇ ਦਿਨ ਮਿੱਥੇ ਆ ਨਾ, ਉਹ ਬਦਲੇ ਜਾ ਸਕਦੇ ਆ, ਪਰ ਚੇਤਾ ਰੱਖਿਓ ਇੱਕ ਦਿਨ ਸਾਡੇ ਸਾਰਿਆਂ ਦਾ ਹੀ ਮਿੱਥਿਆ, ਉਹ ਮੌਤ ਵਾਲਾ ਦਿਨ ਹੈ ਜੀ। ਮੌਤ ਵਾਲਾ ਦਿਨ ਹੈ, ਮਿੱਥਿਆ ਹੋਇਆ ਦਿਨ ਹੈ। ਵਿਆਹ ਦਾ ਦਿਨ ਮਿੱਥਿਆ ਹੋਵੇ ਉਹਦੀ ਤਿਆਰੀ ਹੁੰਦੀ ਹੈ, ਮੌਤ ਵਾਲਾ ਦਿਨ ਮਿੱਥਿਆ ਉਹਦੀ ਕੋਈ ਤਿਆਰੀ ਨਹੀਂ ਹੈਗੀ ਜੀ। ਵਿਆਹ ਵਾਲਾ ਦਿਨ ਮਿੱਥਿਆ ਹੋਇਆ ਬਦਲ ਵੀ ਸਕਦਾ ਹੈ, ਪਰ ਆਹ ਦਿਨ ਬਦਲਿਆ ਵੀ ਨਹੀਂ ਜਾਣਾ। ਇਹ ਮਿੱਥਿਆ ਹੈ, ਇਹ ਹੋਏਗਾ ਹੋਏਗਾ, ਸਰੀਰ ਨਾਸ ਹੋਣਾ ਹੀ ਹੋਣਾ।
ਤੇ ਬਾਬਾ ਕਬੀਰ ਜੀ ਲਿਖਦੇ ਆ, 100 ਦਿਨ ਆਵਨ ਲੱਗਾ, ਕਹਿੰਦੇ ਉਹ ਦਿਨ ਆ ਰਿਹਾ। ਗੱਜ ਕੇ ਆਖ ਵਾਹਿਗੁਰੂ। ਮਿੱਥਿਆ ਹੁੰਦਾ ਵੀ ਮਿੱਥਿਆ ਹੋਇਆ ਵੀ ਨਾਸ ਹੋ ਜਾਣਾ। ਇੱਕ ਮਿੱਥਿਆ ਦਾ ਅਰਥ ਝੂਠ ਵੀ ਹੈ। ਆਉਂਦਾ ਨਾ, ਮਿੱਥਿਆ ਨਾ ਹੀ ਰਸਨਾ ਪਰਸ, ਉਹ ਮਿੱਥਿਆ ਝੂਠ ਹੈ ਜੀ। ਵਿਚਾਰ ਮਹਾਰਾਜ ਕਰਦੇ ਆ ਵੀ ਭਾਈ ਇਹ ਸਾਰਾ ਜਗਤ ਹੀ ਮਿੱਥਿਆ ਹੈਗਾ। ਹਰ ਇੱਕ ਦੀ ਤਰੀਕ ਲਿਖੀ ਵੀ ਇੰਨੀ ਤਰੀਕ ਨੂੰ ਇਹਨੇ ਮਰਨਾ ਹੈ ਜੀ। ਸਾਰਾ ਜਗਤ ਮਿੱਥਿਆ ਹੈ। ਮਿੱਥਿਆ ਜਗਤ ਜਾਨ ਕਰ ਨਿਸ਼ਚੈ, ਅੰਤਰ ਬ੍ਰਿਤੀ ਕਰਹਿ ਸੁਖ ਕਾਰ। ਜਗਤ ਨੂੰ ਮਿੱਥਿਆ ਜਾਣ ਕੇ ਸਿੱਖ ਸੰਗਤਾਂ ਅੰਤਰਮੁਖੀ ਬਿਰਤੀ ਰੱਖਦੀਆਂ ਜੀ, ਨਾਮ ਜਪ ਕੇ ਸੁਖ ਲੈਂਦੀਆਂ ਨੇ। ਮਨੋ ਮਹਾ ਮੁਨ ਮਨ ਸੁਧ ਕਰਬੇ, ਕਪਲ ਰਿਖੀ ਜੁਤ ਕੇ ਅਨੁਹਾਰ। ਕਹਿਣ ਲੱਗੇ ਸਿੱਖ ਐ ਬੈਠ ਕੇ ਅੰਮ੍ਰਿਤ ਵੇਲੇ ਨਾਮ ਜਪਦੇ ਜਿਵੇਂ ਬੜੇ ਬੜੇ ਰਿਸ਼ੀ ਬੈਠ ਕੇ ਨਾਮ ਜਪਦੇ ਹੋਣ। ਮਹਾਮੁਨੀ ਮਨ ਸ਼ੁੱਧ ਕਰਨ ਵਾਸਤੇ ਬੈਠਦੇ ਆ। ਕਹਿੰਦੇ ਉਵੇਂ ਸਿੱਖ ਫਿਰ ਅੰਤਰਮੁਖੀ ਬਿਰਤੀ ਕਰਕੇ ਜੁੜਦੇ ਆ। ਸੰਗਤ ਜੀ, ਸੱਚ 'ਚ ਆਪਾਂ 'ਚੋਂ ਕੋਈ ਵਿਰਲਾ ਹੀ ਹੋਏਗਾ ਜਿਹੜਾ ਅੰਤਰਮੁਖੀ ਬਿਰਤੀ ਕਰਨ ਦਾ ਯਤਨ ਕਰਦਾ ਹੋਏਗਾ ਜੀ। ਹਾਂਜੀ। ਦੇਖ ਪ੍ਰਤਾਪ ਅਨੁਜ ਕੋ ਤਬ ਹੀ, ਜਿਨ ਕੇ ਉਪਦੇਸ਼ਤ ਹੋਏ ਗਿਆਨ। ਬਾਬਾ ਮਹਾਦੇਵ ਜੀ ਆਪਣੇ ਭਰਾ ਵੱਲ ਵੇਖਦੇ ਆ, ਮਹਾਰਾਜ ਦਾ ਪ੍ਰਤਾਪ ਵੇਖਦੇ ਆ ਵੀ ਇਹਨਾਂ ਦਾ ਉਪਦੇਸ਼ ਕਰਨ ਦਾ ਤਰੀਕਾ ਵਧੀਆ, ਗਿਆਨ ਹੁੰਦਾ ਸਾਰਿਆਂ ਨੂੰ। ਹਾਂਜੀ। ਭਰਾਤ ਸੰਬੰਧ ਜਾਨ ਕਰ ਕੂਰੋ, ਮਹਾਦੇਵ ਸ਼ਰਧਾਲੂ ਮਹਾਨ। ਗੱਜ ਕੇ ਆਖੋ। ਤੇ ਬਾਬਾ ਮਹਾਦੇਵ ਜੀ ਨੇ ਪੱਕੀ ਮਨ 'ਚ ਗੱਲ ਠਾਣ ਲਈ ਵੀ ਮੈਂ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਭਰਾ ਸਮਝਣਾ ਹੀ ਨਹੀਂ ਹੈਗਾ। ਮੈਂ ਅੱਜ ਤੋਂ ਬਾਅਦ ਸ਼ਰਧਾਲੂ ਬਣਨਾ ਇਹਨਾਂ ਦਾ। ਭਾਗਾਂ ਵਾਲੇ ਜੀ, ਨਹੀਂ ਤੇ ਕਿੱਥੋਂ ਇਸ ਗੱਲ ਤੋਂ ਤਾਂ ਉੱਠਿਆ ਹੀ ਨਹੀਂ ਜਾਂਦਾ ਬੰਦੇ ਕੋਲੋਂ ਜੀ। ਹਾਂਜੀ। ਤਨ ਤਜਬੇ ਕੋ ਸਮੈ ਨਿਕਟ ਲਖ, ਜਨਮ ਸਫਲਤਾ ਚਹਿ ਮਨ ਮਾਨ। ਬਾਬਾ ਮਹਾਦੇਵ ਜੀ ਗੁਰੂ ਰਾਮਦਾਸ ਜੀ ਦੇ ਦੂਸਰੇ ਪੁੱਤਰ ਨੇ। ਅਵਸਥਾ ਤੇ ਹੈਗੀ ਹੈ। ਬਾਬਾ ਮਹਾਦੇਵ ਜੀ ਨੂੰ ਪਤਾ ਲੱਗ ਗਿਆ ਵੀ ਮੈਂ ਗੋਇੰਦਵਾਲ ਸਾਹਿਬ ਆ ਤੇ ਗਿਆ, ਵਾਪਸ ਅੰਮ੍ਰਿਤਸਰ ਨਹੀਂ ਜਾਇਆ ਜਾਣਾ, ਮੇਰਾ ਸਰੀਰ ਇੱਥੇ ਹੀ ਛੁੱਟ ਜਾਣਾ ਤੇ ਮੈਂ ਹੁਣ ਆਪਣਾ ਸਮਾਂ ਸਫਲਾ ਕਰ ਲਵਾਂ, ਜਨਮ ਸਫਲਾ ਕਰ ਲਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਇਹ ਗੁਰੂ ਰਾਮਦਾਸ ਜੀ ਦੇ ਪੁੱਤਰ ਦੀ ਗੱਲ ਹੈ। ਹਾਂਜੀ। ਸ਼੍ਰੀ ਅਰਜਨ ਕੋ ਲਖ ਇਕਾਂਤ ਮੈਂ, ਗਇਓ ਸਮੀਪ ਬੈਠ ਹਤ ਠਾਨ। ਹੁਣ ਚਲੋ ਇਹ ਗੁਰੂ ਅਰਜਨ ਸਾਹਿਬ ਨੂੰ ਗੁਰੂ ਜਾਣਦੇ ਆ, ਸਿੱਖਾਂ ਨੂੰ ਤੇ ਪਤਾ ਨਾ ਵੀ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਨੇ। ਮਹਾਰਾਜ ਇਕਾਂਤ 'ਚ ਬੈਠੇ ਗੁਰੂ ਅਰਜਨ ਦੇਵ ਜੀ, ਇਕੱਲੇ ਬੈਠੇ ਸਰੀਰ ਕਰਕੇ, ਤੇ ਬਾਬਾ ਮਹਾਦੇਵ ਜੀ ਸਤਿਗੁਰੂ ਜੀ ਦੇ ਕੋਲ ਚਲੇ ਗਏ। ਹਾਂਜੀ। ਸ਼੍ਰੀ ਸਤਿਗੁਰ ਕੀ ਗਾਦੀ ਪਰ ਤੁਮ, ਈਸ਼ਰ ਕੇ ਸਰੂਪ ਅਵਤਾਰ। ਮਹਾਰਾਜ ਬੈਠੇ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਬੈਠੇ ਤੇ ਤੁਸੀਂ ਰੱਬ ਹੋ ਕਹਿਣ ਲੱਗੇ। ਹਾਂਜੀ। ਮੈਂ ਭਰਾਤਾ ਹੀ ਜਾਣਤ ਨਿਤ ਚਿਤ, ਪਰ ਮੈਂ ਰੋਜ਼ ਤੁਹਾਨੂੰ ਭਰਾ ਹੀ ਸਮਝਦਾ ਸਾਂ ਕਹਿਣ ਲੱਗੇ, ਮੇਰੇ ਛੋਟੇ ਭਰਾ ਨੇ। ਹਾਂਜੀ। ਅਬ ਬਖਸ਼ੋ ਤੁਮ ਹਿਰਦਾ ਉਦਾਰ। ਇਹ ਮੇਰੇ ਕੋਲੋਂ ਗਲਤੀ ਹੋ ਗਈ ਤੇ ਹੱਥ ਜੋੜ ਕੇ ਬਾਬਾ ਮਹਾਦੇਵ ਜੀ ਕਹਿੰਦੇ ਮਹਾਰਾਜ ਇਸ ਗਲਤੀ ਦੀ ਮੈਂ ਮਾਫੀ ਮੰਗਦਾ, ਮੈਨੂੰ ਬਖਸ਼ ਲਓ ਕਹਿਣ ਲੱਗੇ। ਵੇਖੋ ਨਿਮਰਤਾ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਭਲਾ ਕਿਸ ਗੱਲ ਦੀ ਮਾਫੀ ਮੰਗ ਰਹੇ ਵੀ ਮਹਾਰਾਜ ਮੈਂ ਤੁਹਾਨੂੰ ਭਰਾ ਸਮਝਦਾ ਰਿਹਾ, ਮੇਰੇ ਕੋਲ ਭੁੱਲ ਹੋ ਗਈ ਕਹਿੰਦੇ। ਹਾਂਜੀ। ਉਪਦੇਸ਼ੋ ਇਹੋ ਆਤਮ ਕੋ ਹੈ, ਕਿਮ ਬੰਧਨ ਮੈਂ ਦੁਖ ਗਨ ਧਾਰ। ਵੇਖੋ ਗੁਰੂ ਰਾਮਦਾਸ ਜੀ ਦੇ ਸੰਸਕਾਰ। ਗੁਰੂ ਰਾਮਦਾਸ ਜੀ ਦੇ ਪੁੱਤਰ ਬਾਬਾ ਮਹਾਦੇਵ ਜੀ ਪਤਾ ਕੀ ਕਹਿ ਰਹੇ, ਆਪਣੇ ਆਪ ਨੂੰ ਨਿਮਰਤਾ 'ਚ ਰੱਖ ਕੇ ਕਹਿੰਦੇ ਮਹਾਰਾਜ ਮੈਂ ਬੰਧਨਾਂ 'ਚ ਪਿਆ, ਉਪਦੇਸ਼ ਕਰੋ ਮੇਰੇ ਬੰਧਨ ਟੁੱਟ ਜਾਣ। ਹਾਂਜੀ। ਕਿਮ ਸੁਖ ਲਹਦਾ ਹੈ ਜਗ ਸੰਕਟ। ਕਿਵੇਂ ਮੇਰੀ ਆਤਮਾ ਨੂੰ ਸੁੱਖ ਮਿਲੇ ਤੇ ਮੈਂ ਜਗਤ ਦੇ ਦੁੱਖ ਮੇਰੇ ਸੜ ਜਾਣ ਕਹਿਣ ਲੱਗੇ। ਮੋਹੇ ਸੁਨਾਵੋ ਭਲੀ ਪ੍ਰਕਾਰ। ਕਿਰਪਾ ਕਰਕੇ ਮੈਨੂੰ ਦੱਸੋ ਕਹਿਣ ਲੱਗੇ, ਉਪਦੇਸ਼ ਦਿਓ।
ਅੱਜ ਮੈਂ ਸਿੱਖ ਬਣ ਕੇ ਤੁਹਾਡਾ ਉਪਦੇਸ਼ ਲੈਣ ਵਾਸਤੇ ਆਇਆ। ਸੰਗਤ ਜੀ, ਬਾਬਾ ਮਹਾਦੇਵ ਜੀ ਬਹੁਤ ਨਾਮ ਜਪਦੇ ਸਨ ਜੀ। ਇੱਥੋਂ ਤੱਕ ਬਾਬਾ ਮਹਾਦੇਵ ਜੀ ਨਿਮਰਤਾ 'ਚ ਕਹਿ ਰਹੇ ਵੀ ਮੇਰੇ ਜਗਤ ਦੇ ਬੰਧਨ ਕੱਟ ਦਿਓ। ਬਾਬਾ ਮਹਾਦੇਵ ਜੀ ਨੇ ਜਗਤ ਨਾਲ ਵਾਹ ਰੱਖਿਆ ਹੀ ਨਹੀਂ ਹੈਗਾ ਜੀ। ਉਧਰੋਂ ਬਾਬਾ ਮੋਹਨ ਜੀ ਤੇ ਇਧਰੋਂ ਬਾਬਾ ਮਹਾਦੇਵ ਜੀ। ਬਾਬਾ ਮਹਾਦੇਵ ਜੀ ਬਿਲਕੁਲ ਤਿਆਗੀ ਬੈਰਾਗੀ ਸਨ ਜੀ। ਵਿਆਹ ਵੀ ਨਹੀਂ ਕਰਾਇਆ ਜੀ ਇਹਨਾਂ ਨੇ ਜੀ। ਕਹਿੰਦੇ ਸੀ ਮੈਂ ਲੈਣਾ ਹੀ ਕੀ, ਮੈਂ ਨਾਮ ਹੀ ਜਪਣਾ। ਕਹਿੰਦੇ ਫਿਰ ਵੀ ਨਿਮਰਤਾ ਨਾਲ ਕਹਿ ਰਹੇ ਜੀ। ਹਾਂਜੀ। ਸ੍ਰੀ ਅਰਜਨ ਸ਼ਰਧਾਲੂ ਭਰਾਤ ਲਖ, ਆਰ ਜਾਣਿਓ ਤਨ ਤਜਬੇ ਕਾਲ। ਸੱਚੇ ਪਾਤਸ਼ਾਹ ਜੀ ਨੇ ਬਾਬਾ ਮਹਾਦੇਵ ਜੀ ਦਾ ਚਿਹਰਾ ਵੇਖਿਆ ਜੀ। ਸੁਣਿਓ ਧਿਆਨ ਨਾਲ। ਮਹਾਰਾਜ ਨੇ ਚਿਹਰਾ ਵੇਖਿਆ ਬਾਬਾ ਮਹਾਦੇਵ ਜੀ ਦਾ। ਮਹਾਰਾਜ ਨੇ ਵੇਖਿਆ ਵੀ ਸ਼ਰਧਾ ਆ ਗਈ ਇਹਨਾਂ ਦੇ ਮਨ 'ਚ, ਤੇ ਨਾਲ ਹੀ ਮਹਾਰਾਜ ਨੇ ਇਹ ਵੀ ਵੇਖ ਲਿਆ ਵੀ ਹੁਣ ਸਾਡੇ ਵੱਡੇ ਭਰਾ ਦੇ ਸਰੀਰ ਛੱਡਣ ਦਾ ਸਮਾਂ ਆ ਗਿਆ। ਹਾਂਜੀ। ਉੱਤਮ ਅਧਿਕਾਰੀ ਲਗ ਕਹਿ ਬੇ, ਸਮਝਹਿ ਗੋ ਬ੍ਰਹਮ ਗਿਆਨ ਬਿਸਾਲ। ਮਹਾਰਾਜ ਮਨ 'ਚ ਵਿਚਾਰ ਕਰਦੇ ਆ ਵੀ ਇਹ ਹੁਣ ਉੱਤਮ ਅਧਿਕਾਰੀ ਨੇ। ਥੋੜੀ ਗੱਲ ਕੀਤਿਆਂ ਵੀ ਇਹਨਾਂ ਨੂੰ ਸਮਝ ਆ ਜਾਏਗੀ। ਸੰਗਤ ਦੀ ਜਿੰਨਾ ਚਿਰ ਬੰਦਾ ਅਧਿਕਾਰੀ ਨਹੀਂ ਨਾ ਹੁੰਦਾ, ਉਹਨਾਂ ਚਿਰ ਤੱਕ ਬੜੀ ਕਥਾ ਸੁਣਾ ਉਹਨੂੰ ਸਮਝ ਹੀ ਕੁਛ ਨਹੀਂ ਆਉਣਾ ਜੀ। ਤੇ ਜਦੋਂ ਅਧਿਕਾਰੀ ਹੋ ਜਾਂਦਾ ਨਾ, ਥੋੜਾ ਜਿਹਾ ਹੀ ਸਮਝਾਓ ਉਹਨੂੰ ਸਮਝ ਆਉਣ ਲੱਗ ਪੈਂਦੀ ਜੀ। ਜਿਵੇਂ ਬੀਬੀਆਂ ਦੇ ਸਿਰ ਤੇ ਪੈਂਦੀ ਹੈ ਜਦੋਂ ਨਵੀਆਂ ਨਵੀਆਂ ਵਿਆਹੀਆਂ ਜਾਂਦੀਆਂ, ਆਹ ਸਬਜ਼ੀ ਬਣਾਉਣੀ ਹੈ, ਤੇ ਭਾਵੇਂ YouTube ਤੋਂ ਸਿੱਖਣ ਜਾਂ ਸੱਸ ਕੋ ਸਿੱਖ ਕੇ ਪੁੱਛ ਕੇ ਸਿੱਖਣ, ਉਹਨਾਂ ਨੂੰ ਕਰਨਾ ਹੀ ਪੈਂਦਾ ਜੀ ਉਹ ਕੰਮ ਜੀ। ਮਾਂ ਬਹੁਤਾ ਸਮਝਾਉਂਦੀ ਤਾਂ ਵੀ ਨਹੀਂ ਪਤਾ ਲੱਗਦਾ, ਪਰ ਜਦੋਂ ਮੌਕਾ ਬਣਦਾ ਉਹਨਾਂ ਨੂੰ ਸਮਝ ਆ ਜਾਂਦੀ ਜੀ। ਉੱਤਮ ਅਧਿਕਾਰੀ ਬਣਨਾ, ਗੱਜ ਕੇ ਆਖੋ ਵਾਹਿਗੁਰੂ। ਅੰਦਰ ਜਾਣਨ ਦੀ ਇੱਛਾ ਹੋਣੀ ਜੀ। ਮਹਾਰਾਜ ਕਹਿੰਦੇ ਹੁਣੇ ਉੱਤਮ ਅਧਿਕਾਰੀ ਬਣ ਗਏ ਆ, ਥੋੜਾ ਵੀ ਗਿਆਨ ਦਿਆਂਗੇ ਬਹੁਤਾ ਸਮਝਣਗੇ ਹੁਣ। ਹਾਂਜੀ। ਕਰਨ ਲੱਗੇ ਉਪਦੇਸ਼ ਮ੍ਰਿਦੁਲ ਬਚ, ਭਰਾਤ ਸੁਨੋ ਇਹ ਬਾਤ ਸੁਖਾਲ। ਆਖੋ ਸ੍ਰੀ ਗੁਰੂ ਵਾਹ, ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਬੜੇ ਮਿੱਠੇ ਬੋਲਾਂ 'ਚ ਉਪਦੇਸ਼ ਦੇਣ ਲੱਗੇ ਜੀ। ਬਹੁਤ ਮਿੱਠੇ ਬੋਲਾਂ 'ਚ। ਮਹਾਰਾਜ ਕਹਿੰਦੇ ਭਰਾ ਜੀ ਆਹ ਤੇ ਕੰਮ ਬੜਾ ਸੌਖਾ ਹੈਗਾ, ਕਹਿਣ ਲੱਗੇ। ਹਾਂਜੀ। ਆਪੈ ਹੈ ਬੰਧਨ ਲਖ ਦੁਖ ਭੋਗਤ, ਸ਼੍ਰੀ ਨਾਨਕ ਕਹਿ ਗਿਰਾ ਰਸਾਲ। ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰ ਗਏ ਵੀ ਬੰਦਾ ਆਪੇ ਹੀ ਬੰਧਨਾਂ 'ਚ ਫਸਿਆ ਹੈ ਤੇ ਦੁੱਖ ਭੋਗਦਾ ਹੈ। ਹੁਣ ਆਪਾਂ ਜਿੰਨੇ ਬੈਠੇ ਆਂ ਜੀ, ਇਮਾਨਦਾਰੀ ਨਾਲ ਵੇਖ ਲਈਏ, ਬਹੁਤੇ ਪੰਗੇ ਅਸੀਂ ਆਪ ਹੀ ਲਏ ਹੁੰਦੇ ਆ ਜੀ। ਹਾਂਜੀ, ਬਹੁਤੇ ਪੰਗੇ ਆਪ ਹੀ ਲਏ ਹੁੰਦੇ ਜੀ। ਆਪੇ ਹੀ ਬੰਧਨਾਂ 'ਚ ਫਸੇ ਹੁੰਦੇ ਤੇ ਫਿਰ ਦੁੱਖ ਪਾਉਂਦੇ ਆ ਜੀ। ਬਹੁਤ ਪੰਗੇ ਆਪ ਲੈਂਦੇ ਨੇ। ਹਾਂਜੀ। ਸ਼ਲੋਕ ਮਹੱਲਾ ਪਹਿਲਾ। ਨਾਨਕ ਇਹੋ ਤਨ ਜਾਲ, ਜਿਨ ਜਲੈ ਨਾਮ ਵਿਸਾਰਿਆ। ਪੌਦੀ ਜਾਏ ਪਰਾਲ, ਪਿੱਛੇ ਹੱਥ ਨ ਅਪੜੈ, ਤਿਤ ਨਿਬੰਧੈ ਤਾਲ। ਹਜੂਰ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਨੇ ਨਾ ਆਪਣੇ ਮੁਖੋਂ ਸ਼ਲੋਕ ਪੜ੍ਹਿਆ, ਧਿਆਨ ਨਾਲ ਸੁਣਿਓ। ਆਖੋ ਸ੍ਰੀ ਵਾਹਿਗੁਰੂ। ਨਾਨਕ ਇਹੋ ਤਨ ਜਾਲ, ਜਿਨ ਜਾਲਿਆ ਨਾਮ ਵਿਸਾਰ, ਜਿਨ ਜਲਿਆ ਨਾਮ ਵਿਸਾਰਿਆ। ਪੌਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਬੰਧੈ ਤਾਲ। ਤੁਸੀਂ ਕਹੋਗੇ ਗੱਲ ਸਮਝ ਨਹੀਂ ਆਈ। ਭਾਈ ਸੰਤੋਖ ਸਿੰਘ ਸਾਰੀ ਵਿਆਖਿਆ ਅੱਗੋਂ ਕਰਦੇ ਸੁਣਿਓ। ਗੁਰੂ ਅਰਜਨ ਸਾਹਿਬ ਗੱਲ ਕਰਕੇ ਨਾ ਹੁਣ ਇਹਦੇ ਅਰਥ ਦੱਸਦੇ ਆਪਣੇ ਭਰਾ ਨੂੰ। ਜਿਵੇਂ ਸਾਨੂੰ ਨਹੀਂ ਪਤਾ ਲੱਗਾ ਨਾ, ਬਾਬਾ ਮਹਾਦੇਵ ਜੀ ਨੇ ਵੀ ਕਿਹਾ ਮਹਾਰਾਜ ਇਹਦੇ ਅਰਥ ਕੀ ਹੈ। ਹਾਂਜੀ। ਪ੍ਰਥਮ ਕੋ ਬੰਧਨ ਪਰਿਓ ਸੁਨੋ ਸੋ, ਅਹੈ ਆਤਮਾ ਤਾਲ ਸਮਾਨ। ਮਹਾਰਾਜ ਕਹਿੰਦੇ ਹੁਣ ਭਰਾ ਜੀ ਸੁਣੋ, ਇਹ ਜਿਹੜੀ ਸਾਡੀ ਆਤਮਾ ਨਾ ਇੱਕ ਤਲਾਬ ਵਰਗੀ, ਤਲਾਬ ਵਰਗੀ ਜੀ, ਤਲਾਬ ਵਰਗੀ ਹੈ।
ਤੇ ਬੰਦਾ ਫਿਰ ਫਸਦਾ ਕਿਵੇਂ ਹੈ, ਫਸਦਾ ਕਿਵੇਂ, ਮੈਲ ਕਿਵੇਂ ਲੱਗਦੀ ਤਲਾਬ ਨੂੰ, ਉਹ ਸੁਣੋ ਕਹਿੰਦੇ। ਹਾਂਜੀ। ਤਨ ਹੰਤਾ ਧਾਰਨ ਇਨ ਕੀਨੀ, ਮੈਂ ਦਿਜ ਖਤਰੀ ਬੈਸ ਸੁਜਾਨ। ਮਹਾਰਾਜ ਕਹਿਣ ਲੱਗੇ ਬੰਦਾ ਕੀ ਕਰਦਾ, ਸਰੀਰ ਦੀ ਹਉਮੈ ਕਰਦਾ। ਮੈਂ ਖੱਤਰੀ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਬੜਾ ਸਿਆਣਾ, ਮੇਰਾ ਸਰੀਰ ਬੜਾ ਸੋਹਣਾ। ਸਭ ਤੋਂ ਵੱਡੀ ਹਉਮੈ ਇਹ ਹੈਗੀ ਆ ਜੀ, ਪਹਿਲੀ ਹਉਮੈ ਜੀ, ਪਹਿਲੀ ਹਉਮੈ ਜੀ। ਖਾਣ ਨੂੰ ਭਾਵੇਂ ਰੋਟੀ ਹੋਵੇ ਜਾਂ ਨਾ ਹੋਵੇ, ਸ਼ੀਸ਼ਾ ਜ਼ਰੂਰ ਵੇਖੇਗਾ ਬੰਦਾ ਜੀ, ਵੀ ਮੇਰੀ ਸ਼ਕਲ ਕਿਹੋ ਜਿਹੀ ਲੱਗਣ ਦਈ ਜੀ, ਸ਼ੀਸ਼ਾ ਜ਼ਰੂਰ ਵੇਖੇਗਾ ਜੀ। ਤੇ ਸ਼ੀਸ਼ਾ ਵੇਖ ਕੇ ਨਾ ਜੀ ਥੋੜਾ ਜਿਹਾ ਮੁਸਕਰਾਏਗਾ ਜੀ। ਹਾਂਜੀ, ਜੇ ਤੇ ਸੋਹਣਾ ਲੱਗਦਾ ਹੋਏਗਾ ਤੇ ਮੁਸਕਰਾਏਗਾ ਜੀ, ਤੇ ਜੇ ਕੋਈ ਗੱਲ ਵਿਗੜੀ ਤਿਗੜੀ ਹੈ ਤੇ ਫਿਰ ਸੈੱਟ ਕਰੇਗਾ ਜੀ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਇਹ ਹਉਮੈ ਹੈ, ਸਰੀਰ ਦੀ ਹਉਮੈ ਹੈ। ਫਸਦਾ ਕਿਵੇਂ ਬੰਦਾ, ਉਹ ਸੁਣੋ ਮਹਾਰਾਜ ਕਹਿੰਦੇ। ਹਾਂਜੀ। ਇਤਿਆਦਿਕ ਤਨ ਆਪਨ ਰੂਪ ਲਖ, ਭਇਓ ਜਾਲ ਹਰਿਆਵਲ ਆਨ। ਜਿਵੇਂ ਪਾਣੀ ਹੁੰਦਾ, ਪਾਣੀ ਮਹਾਰਾਜ ਕਹਿਣ ਲੱਗੇ ਤਲਾਬ, ਉਹ ਪਹਿਲਾਂ ਹੀ ਬੰਧਨ ਚ ਹੈ ਜੀ, ਇੱਕ ਥਾਂ ਤੇ ਨੀਅਤ ਹੈਗਾ ਜੀ। ਇਸੇ ਤਰ੍ਹਾਂ ਆਤਮਾ ਪਹਿਲਾਂ ਹੀ ਸਰੀਰ ਦੇ ਵਿੱਚ ਹੈਗੀ ਹੈ, ਨੀਅਤ ਹੈਗੀ ਹੈ ਜੀ, ਬਾਹਰ ਨਹੀਂ ਜਾ ਸਕਦੀ ਜੀ। ਤੁਸੀਂ ਭਾਵੇਂ ਇੱਥੋਂ ਕੈਨੇਡਾ ਚਲੇ ਜਾਓ, ਪਰ ਜਦੋਂ ਰੱਬ ਦਾ ਹੁਕਮ ਹੋਏਗਾ ਉਦੋਂ ਆਤਮਾ ਸਰੀਰ ਚੋਂ ਬਾਹਰ ਨਿਕਲੇਗੀ। ਆਤਮਾ ਨਹੀਂ ਕੈਨੇਡਾ ਜਾ ਸਕਦੀ ਜੀ, ਜਾਏਗੀ ਸਰੀਰ ਦੇ ਨਾਲ ਜਾਏਗੀ ਜੀ, ਸਰੀਰ ਦੇ ਨਾਲ ਜਾਏਗੀ, ਇਹ ਨਹੀਂ ਜਾ ਸਕਦੀ ਉਂਝ। ਤਨ ਤੇ ਅੰਮ੍ਰਿਤਸਰੋਂ ਬਾਹਰ ਚਲੇ ਜਾਏਗਾ, ਪਰ ਆਤਮਾ ਸਰੀਰੋਂ ਬਾਹਰ ਨਹੀਂ ਜਾਂਦੀ ਜੀ। ਅੱਜ ਪਾਣੀ ਪਹਿਲਾਂ ਹੀ ਬੰਧਨ ਵਿੱਚ ਹੈਗਾ ਜੀ, ਉਹ ਇੱਕ ਤਲਾਬ 'ਚ ਹੈ ਜੀ। ਪਾਣੀ ਕੀ, ਸਾਡੀ ਆਤਮਾ। ਮਹਾਰਾਜ ਕਹਿਣ ਲੱਗੇ ਉੱਤੋਂ ਫਿਰ ਕੀ ਹੁੰਦਾ ਜੀ, ਉਸ ਪਾਣੀ ਤੇ ਜਾਲਾ ਟਿਕਣ ਲੱਗ ਪੈਂਦਾ ਜੀ। ਤੁਸੀਂ ਵੇਖ ਲਓ ਤਲਾਬ ਛੱਪੜਾਂ ਦਾ ਕੀ ਹਾਲ ਹੈ, ਜਾਲਾ ਟਿਕਣ ਲੱਗ ਪੈਂਦਾ ਜੀ, ਹਰੀ ਹਰੀ ਘਾਈ ਉੱਤੇ ਆਪੇ ਹੀ ਆਉਣ ਲੱਗ ਪੈਂਦੀ। ਹਾਂਜੀ। ਜਲ ਕੋ ਕਰਿਓ ਆਸ਼ਾਦਨ, ਜੈਸੇ ਤਿਮ ਸਰੂਪ ਨਿਜ ਸਾਧਨ ਠਾਨ। ਉਹ ਪਿਆ ਰਵੇ, ਪਿਆ ਰਵੇ, ਤੇ ਸਮੇਂ ਦੇ ਨਾਲ ਉਹ ਜਾਲਾ ਪਾਣੀ ਨੂੰ ਢੱਕ ਲੈਂਦਾ ਹੈ ਜੀ। ਇੱਦਾਂ ਹੀ ਹੁੰਦਾ ਨਾ ਜੀ, ਪਾਣੀ ਨੂੰ ਉਹ ਜਾਲਾ ਢੱਕ ਲੈਂਦਾ ਹੈ ਜੀ। ਇਸੇ ਹੀ ਤਰ੍ਹਾਂ ਆਤਮਾ ਨੂੰ ਵੀ ਵਿਕਾਰਾਂ ਨੇ, ਆਪਣੇ ਹੰਕਾਰ ਨੇ ਢੱਕਿਆ ਹੋਇਆ। ਕਹਿਣ ਲੱਗੇ ਹੰਕਾਰ ਆਤਮਾ ਤੱਕ ਪਹੁੰਚਣ ਹੀ ਨਹੀਂ ਦਿੰਦਾ ਬੰਦੇ ਨੂੰ ਜੀ। ਅਸਲ 'ਚ ਜੋ ਹੈ ਨਾ, ਉੱਥੋਂ ਤੱਕ ਹੰਕਾਰ ਬੰਦੇ ਨੂੰ ਜਾਣ ਹੀ ਨਹੀਂ ਦਿੰਦਾ ਜੀ। ਹਾਂਜੀ। ਅਹੰ ਬ੍ਰਹਮ ਇਹ ਨਾਮ ਬੇਸਾਰਿਓ, ਤਨ ਹੰਤਾ ਜਬ ਧਾਰਨ ਕੀਨ। ਗੱਜ ਕੇ ਆਖੋ। ਸਹਿਜੇ ਸਹਿਜੇ ਪਾਣੀ ਵਿਖਣੋਂ ਬੰਦ ਹੋ ਜਾਂਦਾ ਤੇ ਉਹ ਹਰਿਆ ਰਾਈ ਵਿਖਣ ਲੱਗ ਪੈਂਦਾ ਜੀ ਉੱਤੇ ਜੀ। ਬਸ ਇਸੇ ਤਰ੍ਹਾਂ ਹੀ ਹੈ। ਮਹਾਰਾਜ ਕਹਿਣ ਲੱਗੇ ਬੰਦਾ ਸਰੀਰ ਦੀ ਹਉਮੈ ਵਿੱਚ ਆ ਕੇ ਨਾਮ ਛੱਡ ਦਿੰਦਾ ਤੇ ਹੌਲੀ ਹੌਲੀ ਆਤਮਾ ਨੂੰ ਮੈਲ ਲੱਗੀ ਜਾਂਦੀ ਜੀ, ਲੱਗੀ ਜਾਂਦੀ ਜੀ। ਹਾਂਜੀ। ਪੁਨਹੁ ਪ੍ਰਾਲ ਘਾਸ ਅਰ ਫੂਲ ਜੋ, ਪੁਨਹੁ ਪਰਾਲ ਘਾਸ ਅਰ ਫੂਸ ਜੋ, ਪਰਿਓ ਜਾਲ ਪਰ ਭਾਬਹੁ ਪੀਨ। ਮਹਾਰਾਜ ਕਹਿੰਦੇ ਬਾਬਾ ਜੀ ਇੱਕ ਗੱਲ ਹੋਰ ਸੁਣੋ, ਫਿਰ ਕੀ ਹੁੰਦਾ, ਹਰੀ ਕਾਈ ਜੰਮ ਗਈ, ਉਰੇ ਤੇ ਘਾਹ ਵੀ ਉੱਗਣ ਲੱਗ ਪੈਂਦਾ, ਘਾਹ ਫੂਸ ਵੀ, ਤੇ ਲੋਕ ਵੀ ਸਮਾਨ ਸੁੱਟਣ ਲੱਗ ਪੈਂਦੇ ਆ, ਉੱਤੇ ਪਰਤ ਜੰਮਣੀ ਸ਼ੁਰੂ ਹੋ ਜਾਂਦੀ, ਮੈਲ ਹੋਰ ਇਕੱਠੀ ਹੋਣ ਲੱਗ ਪੈਂਦੀ ਜੀ। ਹਾਂਜੀ। ਤਿਮ ਹੰਤਾ ਪਰ ਮਮਤਾ ਉਪਜੀ, ਮਮ ਸੁਤ ਮਮ ਗ੍ਰਹਿ ਤ੍ਰੈ ਧਨ ਚੀਨ। ਉਹ ਜਿਵੇਂ ਉੱਤੇ ਘਾਹ ਉੱਗ ਜਾਂਦਾ, ਉੱਤੇ ਕਮਲ ਦੇ ਫੁੱਲ ਆ ਜਾਂਦੇ ਆ ਛੱਪੜਾਂ ਦੇ ਵਿੱਚ, ਹੋਰ ਵੀ ਸਮਾਨ ਡਿੱਗ ਜਾਂਦਾ, ਕਾਈ ਵੀ ਛੁੱਪ ਜਾਂਦੀ ਹੈ, ਪਾਣੀ ਹੋਰ ਥੱਲੇ ਰਹਿ ਜਾਂਦਾ ਜੀ। ਇਸੇ ਤਰ੍ਹਾਂ ਪਹਿਲਾਂ ਤੇ ਮਾਣ ਸੀਗਾ ਸਰੀਰ ਦਾ ਵੀ ਮੈਂ ਸੋਹਣਾ ਹੈਗਾ ਜੀ, ਮੇਰੀ ਜਾਤ ਉੱਚੀ ਹੈਗੀ ਜੀ, ਮੈਂ ਰਿਸ਼ਟ ਪੁਸ਼ਟ ਹਾਂ ਜੀ, ਤੇ ਉੱਤੋਂ ਮਹਾਰਾਜ ਕਹਿਣ ਲੱਗੇ ਕੰਮ ਹੋਰ ਖਰਾਬ ਹੋ ਗਿਆ, ਮਮਤਾ ਵੀ ਲੱਗ ਗਈ ਜੀ, ਹੰਤਾ ਦੇ ਨਾਲ ਮਮਤਾ ਵੀ ਲੱਗ ਗਈ। ਗੱਜ ਕੇ ਆਖੋ ਵਾਹਿਗੁਰੂ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਮਮਤਾ ਤੋਂ ਖਾਲੀ ਹੈਗਾ ਜੀ, ਹੋਇਆ ਹੀ ਨਹੀਂ ਜਾਂਦਾ ਜੀ। ਕਈਆਂ ਬੀਬੀਆਂ ਦਾ ਨਾਮ ਹੀ ਮਮਤਾ ਹੁੰਦਾ ਜੀ, ਪਰ
ਮਮਤਾ ਦੇ ਅਰਥ ਕੀ ਹੈ? ਮਮਤਾ ਦਾ ਅਰਥ ਹੁੰਦਾ ਮੇਰਾਪਨ। ਜਿਸ ਚੀਜ਼ 'ਚ ਮੇਰਾਪਨ ਹੋਵੇ ਜੀ। ਮਹਾਰਾਜ ਫਿਰ ਦੱਸਦੇ, ਕਹਿੰਦੇ ਮਮ ਸੁਤ ਮਮ ਗ੍ਰਹਿ ਤ੍ਰਿਯ ਧਨ ਚੀਨ। ਬੰਦਾ ਕਹਿੰਦਾ ਮੇਰਾ ਪੁੱਤ। ਹੁਣ ਵੇਖ ਲਓ ਇਮਾਨਦਾਰੀ ਨਾਲ ਜੀ, ਹੈਗਾ ਕਿ ਨਹੀਂ? ਪੁੱਤ ਤੇ ਮਾਣ ਹੁੰਦਾ ਕਿ ਨਹੀਂ ਹੁੰਦਾ ਜੀ? ਤੇ ਮਮਤਾ ਹੀ ਹੈ। ਮੈਨੂੰ ਵੀ ਹੈਗਾ ਜੀ, ਸਾਡੇ ਭਰਾ, ਸਾਡੇ ਵਿਦਿਆਰਥੀ, ਹਾਂਜੀ, ਮਾਣ ਹੋ ਗਿਆ ਜੀ। ਮਮ ਗ੍ਰਹਿ, ਮੇਰਾ ਘਰ, ਕਬਜ਼ਾ ਹੈਗਾ ਕਿ ਨਹੀਂ ਹੈਗਾ ਜੀ ਸਾਡਾ ਜੀ? ਛੱਡਦੇ ਨਹੀਂ ਅਸੀਂ ਕਬਜ਼ਾ, ਨਹੀਂ ਛੱਡਦੇ ਜੀ, ਮਮਤਾ ਹੈਗੀ ਜੀ। ਫਿਰ ਮਹਾਰਾਜ ਕਹਿੰਦੇ ਤ੍ਰੇ, ਮੇਰੀ ਇਸਤਰੀ, ਮੇਰੀ ਘਰ ਵਾਲੀ ਹੈ। ਇਸਤਰੀ ਕਹਿੰਦੀ ਮੇਰਾ ਘਰ ਵਾਲਾ ਹੈ। ਧਨ ਚੀਨ, ਇੰਨੀ ਮਾਇਆ ਮੇਰੀ ਹੈ, ਤੂੰ ਮੇਰੇ ਕੋਲੋਂ ਲਈ ਸੀ, ਮੈਨੂੰ ਵਾਪਸ ਕਰ। ਗੱਜ ਕੇ ਆਖੋ। ਠੀਕ ਹੈ, ਲੋੜ ਤੇ ਹੈਗੀ ਆ, ਪਰ ਬੰਦਾ ਪੁੱਛੇ ਵੀ ਤੇਰੀ ਕਿਵੇਂ ਹੈਗੀ ਹੈ ਤੇ ਹੈ ਗਿਆਨ ਵਾਲੀ ਗੱਲ। ਪਰ ਜੇ ਇਸ ਗੱਲ ਤੇ ਚੱਲ ਪੋ ਤਾਂ ਦੁਨੀਆ ਦਾ ਕਾਰੋਬਾਰ ਨਹੀਂ ਚੱਲਦਾ ਬੰਦੇ ਦਾ ਜੀ। ਪਰ ਮਹਾਰਾਜ ਕਹਿ ਰਹੇ, ਕਹਿੰਦੇ ਇੱਕ ਹੰਤਾ ਹੁੰਦੀ ਹੈ, ਹੰਤਾ ਦੇ ਉੱਤੇ ਮਮਤਾ ਲੱਗ ਜਾਂਦੀ ਹੈ ਜੀ। ਮਤਲਬ ਕੰਮ ਹੋਰ ਖਰਾਬ ਹੋ ਗਿਆ, ਆਤਮਾ ਹੋਰ ਵਿਗੜ ਗਈ ਜੀ। ਹਾਂਜੀ। ਜਲ ਸਮ ਆਤਮ ਅਧਿਕ ਅਸ਼ਾਦਿਓ, ਪਰਦਾ ਮੋਟੋ ਭਇਓ ਨਵੀਨ। ਕਹਿਣ ਲੱਗੇ ਪਹਿਲਾਂ ਹੀ ਕਾਈ ਨੇ ਉਹ ਪਾਣੀ ਦੀ ਪਰਤ ਨੂੰ ਢੱਕਿਆ ਸੀ, ਉੱਤੋਂ ਘਾਸ ਫੂਸ ਦਾ ਮੋਟਾ ਪਰਦਾ ਪੈ ਗਿਆ। ਇਸੇ ਤਰ੍ਹਾਂ ਪਹਿਲਾਂ ਹੀ ਹਉਮੈ ਸੀ, ਉੱਤੋਂ ਮਮਤਾ ਲੱਗ ਗਈ ਜੀ ਬੰਦੇ ਨੂੰ ਜੀ। ਪਾਣੀ ਅੰਦਰ ਰਹਿ ਗਿਆ ਜੀ ਅਸਲੀ। ਹਾਂਜੀ। ਬ੍ਰਿਤ ਨਾ ਪਹੁੰਚੈ ਇਨ ਦੋਏ ਕੋ ਤਜ, ਫਸਿਓ ਇਨਹੁ ਮਹਿ ਜਾਣੇ ਨਾਹੇ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਹੁਣ ਇਹਨਾਂ ਦੋਵਾਂ ਨੂੰ ਫਾੜਨਾ ਪਏਗਾ ਜੇ ਪਾਣੀ ਤੱਕ ਜਾਣਾ। ਘਾਹ, ਪਹਿਲਾਂ ਉਹ ਘਾਹ, ਫਿਰ ਕਾਈ, ਉਹਨੂੰ ਪਰਾਂ ਕਰਨਾ ਪਏਗਾ ਤੇ ਫਿਰ ਆਤਮਾ ਤੱਕ, ਫਿਰ ਪਾਣੀ ਤੱਕ ਬੰਦਾ ਜਾਏਗਾ। ਹਾਂਜੀ। ਜਬ ਸਤਿਗੁਰ ਉਪਦੇਸ਼ ਜਤਨ ਕੋ, ਜਲ ਆਤਮ ਪ੍ਰਾਤਮ ਨਿਜ ਮਾਹੇ। ਜਿਵੇਂ ਘਾਹ ਨੂੰ, ਕਾਈ ਨੂੰ ਪਰਾਂ ਕਰ ਦਵੇ ਬੰਦਾ, ਫਿਰ ਪਾਣੀ ਤੱਕ ਪਹੁੰਚਦਾ। ਇਸੇ ਤਰ੍ਹਾਂ ਪਹਿਲਾਂ ਮਮਤਾ ਨੂੰ ਤੇ ਫਿਰ ਹੰਤਾ ਨੂੰ ਪਰਾਂ ਕਰੇ, ਫਿਰ ਆਤਮਾ ਤੱਕ ਪਹੁੰਚਦਾ। ਪਰ ਹੁੰਦਾ ਕਦੋਂ ਹੈ? ਜਦੋਂ ਗੁਰੂ ਜੀ ਕਿਸੇ ਨੂੰ ਉਪਦੇਸ਼ ਦਿੰਦੇ ਹੈ। ਆਖੋ ਸ੍ਰੀ ਵਾਹਿਗੁਰੂ। ਜਦੋਂ ਗੁਰੂ ਜੀ ਉਪਦੇਸ਼ ਦਿੰਦੇ ਆ, ਫਿਰ ਇਹ ਗੱਲ ਬਣਦੀ ਜੇ। ਹਾਂਜੀ। ਇਨ ਦੋਨੋਂ ਤੇ ਦੁੱਖ ਕੋ ਭੋਗੈ ਹੈ, ਅਤ ਦੁੱਖ ਕੋ ਸੁਖ ਲਖ ਚਿਤ ਚਾਹੇ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਤੱਕ ਇਹ ਦੋਵੇਂ ਚੀਜ਼ਾਂ ਪਰਾਂ ਨਹੀਂ ਹੁੰਦੀਆਂ, ਉਹਨਾਂ ਚਿਰ ਤੱਕ ਦੁੱਖ ਹੀ ਲੱਗੇ ਰਹਿਣਾ ਜੀ। ਦੁੱਖ ਲੱਗਾ ਹੀ ਰਹਿਣਾ ਜੀ। ਫਿਰ ਅਤ ਦੁੱਖ ਜੀ, ਜ਼ਿਆਦਾ ਦੁੱਖ ਲੱਗਦਾ ਜੀ ਬੰਦੇ ਨੂੰ। ਹਾਂਜੀ। ਵਹਿਰ ਬ੍ਰਿਤ ਤੇ ਉਠੈ ਵਾਸ਼ਨਾ, ਇਨ ਅਨੁਸਾਰ ਜਨਮ ਕੋ ਪਾਹੇ। ਅੰਤਰਮੁਖੀ ਬੰਦਾ ਰਹਿੰਦਾ ਹੀ ਨਹੀਂ ਹੈ, ਬਾਹਰ ਮੁਖੀ ਰਹਿੰਦਾ। ਮੇਰਾ ਪੁੱਤ, ਮੇਰੀ ਧੀ, ਮੇਰੀ ਘਰ ਵਾਲੀ, ਮੇਰੇ ਬੱਚੇ, ਮੇਰਾ ਪਰਿਵਾਰ, ਇਸ ਗੱਲ ਨੂੰ ਛੱਡਣਾ ਔਖਾ। ਉਹਦੇ ਤੋਂ ਬਾਅਦ ਆਪਣੇ ਆਪ ਦੀ ਹਉਮੈ ਛੱਡਣੀ ਔਖੀ ਜੀ। ਪਹਿਲਾਂ ਇਹ ਮੇਰੀ ਹੈ, ਇਹਦੀ ਹਉਮੈ ਛੱਡਣੀ। ਸਰੀਰ ਮੇਰਾ ਨਹੀਂ ਹੈ, ਫਿਰ ਇਹਦੀ ਹਉਮੈ ਛੱਡਣੀ ਨਹੀਂ, ਔਖਾ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਬਾਹਰ ਹੈ ਨਾ ਮੇਰੀ ਹੈ, ਉਹਨਾਂ ਚਿਰ ਤੱਕ ਵਾਸ਼ਨਾ ਪੈਦਾ ਹੁੰਦੀ ਜੀ। ਜਦੋਂ ਵਾਸ਼ਨਾ ਪੈਦਾ ਹੋ ਗਈ ਤੇ ਵਾਸ਼ਨਾ ਜਨਮ ਮਰਨ ਦੇ ਚੱਕਰ ਚ ਪਾ ਦਿੰਦੀ ਬੰਦੇ ਨੂੰ। ਕਰਮ ਬਣ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਰਮ ਬਣ ਗਿਆ, ਕਰਮ ਜੀ। ਤੇ ਜਦੋਂ ਕਰਮ ਬਣ ਗਿਆ ਨਾ ਜੀ, ਫਿਰ ਜਨਮ ਮਰਨ ਲੈਣਾ ਹੀ ਪੈਂਦਾ ਜੀ ਬੰਦੇ ਨੂੰ। ਉਹ ਇੱਕ ਗੁਰਮੁਖ ਪਿਆਰਾ ਦੱਸ ਰਿਹਾ, ਕਹਿੰਦਾ ਮੇਰੇ ਕੋਲ ਸਾਧੂ ਆਇਆ, ਕਮਾਈ ਬੜੀ ਸੀ ਉਹਦੀ, ਤੁਰਿਆ ਫਿਰੇ। ਕਹਿੰਦੇ ਮੇਰਾ ਨਾਮ ਲੈ ਕੇ ਕਹਿੰਦਾ ਤੂੰ ਹੀ ਹੈ? ਕਹਿੰਦੇ ਜੀ ਮੈਂ ਕਿਹਾ ਹਾਂਜੀ। ਕਹਿੰਦੇ ਫਿਰ ਸੁਣਾ ਕੋਈ ਗੱਲ। ਕਹਿੰਦੇ ਮੈਂ ਆਖਿਆ ਵੀ ਸਵਾ ਪੈਰ ਅੰਮ੍ਰਿਤ ਵੇਲੇ ਉੱਠਣ ਦਾ, ਸੋਨਾ ਦਾਨ ਕਰਨ ਦਾ ਫਲ ਹੈਗਾ। ਕਹਿੰਦਾ ਚੁੱਪ ਕਰ ਜਾ, ਫਲਾਂ ਨੇ ਤੇ ਅੱਗੇ ਫਸਾਇਆ। ਕਹਿੰਦਾ ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੇ ਕਿਉਂ? ਕਹਿੰਦਾ ਫਲਾਂ ਨੇ ਤੇ ਅੱਗੇ ਫਸਾਇਆ। ਪਹਿਲਾਂ ਫਲ ਲੈਣ ਦੀ ਸੋਚ ਲਓ ਤੇ ਕੰਮ ਕਰੋ। ਹਾਂਜੀ, ਪੁੰਨ ਬਣ ਗਏ ਜੀ, ਤੇ ਬਾਅਦ ਵਿੱਚ ਫਿਰ ਅਗਲਾ ਜਨਮ ਲਓ ਉਹ ਫਲਾਂ ਦਾ ਚੰਗਾ ਫਲ ਖਾਣ ਵਾਸਤੇ ਜੀ।
ਕਹਿੰਦਾ ਇਹਨੇ ਤੇ ਅੱਗੇ ਫਸਾਇਆ, ਕੋਈ ਹੋਰ ਗੱਲ ਸੁਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀਆਂ ਵਾਸ਼ਨਾਵਾਂ ਨੇ ਨਾ, ਵਾਸ਼ਨਾ ਦਾ ਮਤਲਬ ਇੱਛਾ ਜੀ, ਇਹਦੇ ਤੋਂ ਫਿਰ ਜਨਮ ਮਰਨ ਬਣਦਾ ਜੀ। ਹਾਂਜੀ। ਇਹ ਪਰਦੋ ਤਨ ਹੰਤਾ ਮਮਤਾ ਤਿਆਗੇ ਤੇ ਆਤਮ ਲਖ ਲੇਤ। ਜਿਹੜਾ ਸਰੀਰ ਦਾ ਹੰਕਾਰ ਤੇ ਮਮਤਾ ਛੱਡ ਦਿੰਦਾ ਹੈ ਨਾ, ਉਹ ਫਿਰ ਹੌਲੀ ਹੌਲੀ ਆਤਮਾ ਨੂੰ ਵੇਖ ਲੈਂਦਾ ਹੈ ਜੀ। ਸੰਗਤ ਜੀ, ਆਪਾਂ ਸਰੀਰ ਨੂੰ ਤੇ ਬੜੀ ਬੜੀ ਵੇਖਿਆ ਹੋਏਗਾ, ਪਰ ਆਪਣੀ ਆਤਮਾ ਨੂੰ ਨਹੀਂ ਵੇਖਿਆ ਹੋਏਗਾ ਜੀ। ਇੱਥੋਂ ਤੱਕ ਬਿਨਾਂ ਸ਼ੀਸ਼ੇ ਤੋਂ ਅਸੀਂ ਆਪਣਾ ਸਰੀਰ ਵੀ ਨਹੀਂ ਵੇਖ ਸਕਦੇ ਜੀ। ਪਾਣੀ ਤੋਂ, ਸਰੀਰ ਤੋਂ ਬਗੈਰ ਵੇਖ ਥੋੜ੍ਹੀ ਸਕਦੇ ਨੇ। ਇਮਾਨਦਾਰੀ ਨਾਲ ਗੱਲ ਕਰਿਓ, ਬਿਲਕੁਲ ਇਮਾਨਦਾਰੀ ਨਾਲ। ਸੱਚ ਇਹ ਹੈਗਾ ਜੀ, ਅੱਜ ਤੱਕ ਕਿਸੇ ਬੰਦੇ ਨੇ ਆਪਣੇ ਆਪ ਨੂੰ ਨਹੀਂ ਵੇਖਿਆ ਜੀ। ਫਿਰ ਸੁਣ ਲਓ, ਅੱਜ ਤੱਕ ਕਿਸੇ ਬੰਦੇ ਨੇ ਆਪਣੇ ਆਪ ਨੂੰ ਨਹੀਂ ਵੇਖਿਆ ਜੀ। ਮੈਂ ਤੁਹਾਨੂੰ ਵੇਖ ਸਕਦਾ, ਆਪਣੇ ਆਪ ਨੂੰ ਨਹੀਂ ਵੇਖ ਸਕਦਾ ਜੀ। ਆਪਣੇ ਆਪ ਨੂੰ ਥੋੜ੍ਹੀ ਵੇਖਿਆ ਜਾਣਾ ਜੀ। ਸ਼ੀਸ਼ੇ ਦੀ ਤੇ ਮਦਦ ਲੈਣੇ ਤਾਂ ਨਿਹੰਗ ਸਿੰਘ ਇਹਨੂੰ ਚੁਗਲਖੋਰ ਕਹਿੰਦੇ ਜੀ। ਸ਼ੀਸ਼ੇ ਨੂੰ ਚੁਗਲ ਹੈਗਾ ਕਹਿੰਦੇ। ਹਾਂਜੀ, ਸ਼ੀਸ਼ਾ ਤੇ ਇੱਕ ਪ੍ਰਤੀਬਿੰਬ ਹੈ ਨਾ, ਇਹਦੀ ਮਦਦ ਲੈਣੇ ਆ। ਆਪਣੇ ਆਪ ਨੂੰ ਤਾਂ ਨਹੀਂ ਵੇਖਿਆ ਜੀ ਕਦੇ, ਤੇ ਆਤਮਾ ਨੂੰ ਕਿਵੇਂ ਵੇਖ ਲਾਂਗੇ। ਪਰ ਜਦੋਂ ਬੰਦਾ ਨਾਮ ਜਪਦਾ ਨਾ, ਫਿਰ ਆਤਮਾ ਨੂੰ ਵੀ ਵੇਖ ਲੈਂਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਮਹਾਰਾਜ ਕਹਿੰਦੇ ਫਿਰ ਬੰਦਾ ਸਹਿਜੇ ਸਹਿਜੇ ਨਾਮ ਜਪ ਕੇ ਆਪਣੀ ਆਤਮਾ ਨੂੰ ਵੇਖਦਾ ਬਾਬਾ ਜੀ। ਹਾਂਜੀ। ਮਨ ਕੋ ਇੰਦਰੀ ਸੰਗ ਸੰਬੰਧ ਜੋ, ਇਹ ਮਮਤਾ ਅਤਿਸ਼ੈ ਦੁਖ ਲੇਤ। ਇਹ ਬੰਧਨ ਅਤਿਸ਼ੈ ਦੁਖ ਦੇਤ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਹੁਣ ਚੱਕਰ ਕੀ ਹੈਗਾ ਜੀ, ਮਨ ਤੇ ਇੰਦਰੀਆਂ ਦਾ ਸੰਬੰਧ ਹੈਗਾ ਜੀ। ਅੱਖਾਂ ਇੰਦਰੀ, ਅੱਖ ਇੰਦਰੀ ਹੈ, ਕਹਿੰਦੀ ਵੇਖ, ਅੱਖ ਵੇਖਦੀ ਹੈ। ਉਹ ਮਾੜਾ ਵੇਖ ਲਿਆ ਜੀ, ਪੰਗਾ ਪੈ ਗਿਆ ਜੀ। ਮਾੜਾ ਸੁਣ ਲਿਆ, ਪੰਗਾ ਪੈ ਗਿਆ। ਇਹਦੇ ਤੋਂ ਵੀ ਬੜਾ ਦੁੱਖ ਪੈਦਾ ਹੁੰਦਾ ਹੈ। ਹਾਂਜੀ। ਇੰਦਰੀਏ ਤੇ ਹਟ ਕਰ ਹੋਏ, ਫਿਰ ਜਬ ਟਿਕ ਜਾਵੇ ਮਨ ਹਿਰਦੇ ਨਿਕੇਤ। ਜਦੋਂ ਬਾਹਰ ਦੀਆਂ ਇੰਦਰੀਆਂ ਟਿਕਦੀਆਂ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਅੰਦਰ ਦਾ ਮਨ ਟਿਕਣ ਲੱਗ ਪੈਂਦਾ ਹੈ ਜੀ। ਪਹਿਲਾਂ ਤੇ ਬਹਿਣਾ ਬੰਦੇ ਨੂੰ ਆਵੇ ਜੀ, ਇੱਕ ਰਸ ਬੈਠੇ ਜੀ। ਹਾਂਜੀ। ਹੌਲੀ ਹੌਲੀ ਇੰਦਰੀਆਂ ਨੂੰ ਟਿਕਾਵੇ ਜੀ। 5-7 ਮਿੰਟ ਅੱਖਾਂ ਬੰਦ ਕਰਨ ਦਾ ਯਤਨ ਕਰੇ ਜੀ, ਮਿਹਨਤ ਕਰੇ ਜੀ। ਟਾਈਮ ਤੇ ਲਾਉਣਾ ਪੈਂਦਾ ਜੀ। ਅੱਖਾਂ ਬੰਦ ਕਰੇ, ਮੈਂ ਖੋਲਣੀਆਂ ਨਹੀਂ ਜੀ, ਤੇ ਵਾਹਿਗੁਰੂ 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 ਜਪੇ। ਹੌਲੀ ਹੌਲੀ ਜੀਭ ਵੀ ਤੇ ਇੰਦਰੀ ਹੈ ਨਾ, ਅੱਖ ਬੰਦ ਹੋ ਗਈ, ਜੀਭ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ। ਹੌਲੀ ਹੌਲੀ ਮਨ ਨੂੰ ਵੀ ਟਿਕਾਣੇ ਆਉਣਾ ਪੈਣਾ ਜੀ। ਮਹਾਰਾਜ ਕਹਿੰਦੇ ਮੂੰਦ ਲਈਏ ਦਰਵਾਜੇ, ਬਾਜੀ ਵਾਲੇ ਅਨਹਤ ਬਾਜੇ। ਆਹ ਦਰਵਾਜੇ ਬੰਦ ਕਰ ਲਓ, ਆਹ ਬੰਦ ਕਰ ਲਓ, ਅੰਦਰ ਹੀ ਬਾਜੇ ਵੱਜਣਗੇ। ਹਾਂਜੀ। ਸੋ ਮੁਕਤੀ ਹੈ ਸੁਖਦ ਪਰਮ ਗਤ, ਕਹਿਤ ਸੰਤ ਸਭ ਬੇਦ ਸਮੇਤ। ਸੋ ਮਹਾਰਾਜ ਗਰੀਬ ਨਵਾਜ ਕਹਿੰਦੇ ਆ, ਇਸ ਤਰੀਕੇ ਨਾਲ ਬੰਦੇ ਨੂੰ ਸਹਿਜੇ ਮੁਕਤੀ ਮਿਲਦੀ। ਫਿਰ ਬਾਬਾ ਜੀ ਸਹਿਜੇ ਮੁਕਤੀ ਮਿਲਦੀ ਹੈ। ਹਾਂਜੀ। ਅੰਤਰ ਬ੍ਰਿਤੀ ਹੋਏ ਕਰ ਜਾਨੋ, ਵਹਿਰ ਨਹੀਂ ਕੁਛ ਸਭ ਇਸ ਮਾਹੇ। ਇਸ ਕਰਕੇ ਬਾਬਾ ਜੀ ਆਪਣੇ ਅੰਦਰ ਟਿਕੋ, ਬਾਹਰ ਕੁਝ ਵੀ ਨਹੀਂ ਹੈਗਾ, ਕੁਝ ਵੀ ਨਹੀਂ, ਸਭ ਕੁਝ ਅੰਦਰ ਹੀ ਹੈ। ਬਾਣੀ ਦੀ ਪੰਕਤੀ ਆ, ਕੱਪੜ ਰੂਪ ਸੁਹਾਵਣਾ, ਅੰਦਰ ਜਾਵਣਾ। ਇਹਦੇ ਬਾਹਰੀ ਅਰਥ ਤੇ ਇਹੋ ਹੀ ਹੈ ਵੀ ਸੋਹਣਾ ਕੱਪੜਾ ਰੂਪ ਇਹ ਛੱਡਣਾ ਪੈਂਦਾ ਜੀ। ਪਰ ਇੱਕ ਤਤਦਰਸ਼ੀ ਮਹਾਂਪੁਰਖ ਮੈਨੂੰ ਕਹਿਣ ਲੱਗੇ, ਕੱਪੜਾ ਸੋਹਣਾ ਰੂਪ ਛੱਡ ਦਿਓ, ਅੰਦਰ ਚਲੇ ਜਾਓ। ਆਪਣੇ ਅੰਦਰ ਜਾਣਾ ਔਖਾ ਜੀ। ਅੰਤਰ ਬ੍ਰਿਤੀ ਹੋਏ ਕਰ ਜਾਨੋ, ਵਹਿਰ ਨਹੀਂ ਕੁਛ ਸਭ ਇਸ ਮਾਹੇ। ਕਹਿਣ ਲੱਗੇ ਅੰਦਰ ਬਿਰਤੀ ਜਾਓ। ਬਾਬਾ ਜੀ ਸਮਝ ਲਓ ਬਾਹਰ ਕੁਝ ਨਹੀਂ ਹੈਗਾ, ਝੂਠ ਹੀ ਹੈਗਾ, ਮਿੱਥਿਆ ਹੈਗਾ ਜੀ ਸਾਰਾ। ਹਾਂਜੀ। ਮਹਾਦੇਵ ਸੁਨ ਦ੍ਰਿਗ ਜੁਗ ਮੁੰਦੇ, ਅੰਤਰ ਬ੍ਰਿਤੀ ਤੇ ਵਹਿਰ ਨਾ ਆਹੇ। ਲਓ ਜੀ, ਬਾਬਾ ਮਹਾਦੇਵ ਜੀ ਨੇ ਸੁਣਿਆ ਤੇ ਹੱਥ ਜੋੜ ਕੇ ਨਾ ਜੀ ਅੱਖਾਂ ਬੰਦ ਕੀਤੀਆਂ ਜੀ, ਤੇ ਗੁਰੂ ਅਰਜਨ ਦੇਵ ਜੀ ਨੇ ਦ੍ਰਿਸ਼ਟੀ ਪਾਈ ਤੇ ਬਾਬਾ ਮਹਾਦੇਵ ਜੀ ਦੀ ਸਮਾਧੀ ਲੱਗ ਗਈ ਜੀ, ਸਮਾਧੀ ਲਾਤੀ ਜੀ।
ਅੰਤਰਮੁਖ ਬਿਰਤੀ ਹੋ ਗਈ, ਟਿਕ ਗਏ ਜੀ ਅੰਦਰ ਜੀ ਆਪਣੇ, ਅੱਖਾਂ ਨਹੀਂ ਖੁੱਲੀਆਂ ਜੀ ਫਿਰ ਉਹਨਾਂ ਦੀਆਂ। ਹਾਂਜੀ। ਤਤ ਛਿਨ ਲਗੀ ਸਮਾਧ ਅਚਲ ਚਿਤ, ਰਸ ਕੋ ਪਾਏ ਤਜਤ ਸੋ ਨਾਹੇ। ਉਸੇ ਵੇਲੇ ਸਮਾਧੀ ਲੱਗ ਗਈ ਜੀ, ਅਚਲ ਚਿਤ, ਚਿੱਤ ਟਿਕ ਗਿਆ ਜੀ ਤੇ ਰਸ ਮਿਲ ਗਿਆ ਜੀ, ਅੰਦਰ ਰਸ ਆ ਰਿਹਾ ਤੇ ਹੁਣ ਅੱਖਾਂ ਖੋਲਣ ਨੂੰ ਜੀ ਨਹੀਂ ਕਰਨ ਦਿਆ ਜੀ। ਜਿਨ੍ਹਾਂ ਨੂੰ ਨਾਮ ਜਪਣ ਦਾ ਰਸ ਆ ਜੇ ਨਾ ਜੀ, ਫਿਰ ਉਹ ਛੱਡ ਨਹੀਂ ਸਕਦੇ ਨਾਮ ਜਪਣਾ ਜੀ। ਹੁਣ ਉਹ ਬਾਬਾ ਮਹਾਦੇਵ ਜੀ ਕੋਲੋਂ ਅੱਖਾਂ ਨਹੀਂ ਖੁੱਲ ਰਹੀਆਂ ਜੀ। ਹਾਂਜੀ। ਬੀਤ ਗਏ ਜੁਗ ਜਾਮ ਥਰਿਓ ਜਬ, ਸ਼੍ਰੀ ਅਰਜਨ ਤਬ ਗਹਿ ਕਰ ਬਾਹੇ। ਦੋ ਪੈਰ ਲੰਘ ਗਏ ਜੀ, 2 ਪੈਰ ਤੇ ਬਾਬਾ ਜੀ ਦੀਆਂ ਅੱਖਾਂ ਬੰਦ, ਲਗਭਗ 6-7 ਘੰਟੇ ਜੀ ਬਾਬਾ ਜੀ ਦੀਆਂ ਅੱਖਾਂ ਬੰਦ, ਸਮਾਧੀ ਲੱਗੀ ਹੈ। ਸਿੱਖ ਆ ਰਹੇ ਆ, ਜਾ ਰਹੇ ਆ। ਮਹਾਰਾਜ ਨੇ ਵੇਖਿਆ ਵੀ ਹੁਣ ਇਹ ਛੱਡ ਨਹੀਂ ਰਹੇ ਸਮਾਧੀ ਨੂੰ, ਤੇ ਬੀਤ ਗਏ ਜੁਗ ਜਾਮ ਥਿਰਿਓ ਜਬ, ਸ਼੍ਰੀ ਅਰਜਨ ਤਬ ਗਹਿ ਕਰ ਬਾਹੇ। ਮਹਾਰਾਜ ਨੇ ਆਪਣੇ ਵੱਡੇ ਭਰਾ ਦੀ ਬਾਂਹ ਫੜੀ ਜੀ ਫਿਰ ਜੀ। ਹਾਂਜੀ। ਧਨ ਬ੍ਰਿਤੀ ਤੁਮਰੀ ਗੁਰ ਸੁਤ ਹੋ, ਕਹੇ ਤਨਕ ਤੇ ਉਪਜਿਓ ਗਿਆਨ। ਵੇਖੋ ਮੇਰ ਤੇ ਆਪ ਕੀਤੀ ਸਾਰੀ, ਪਰ ਬਾਬਾ ਮਹਾਦੇਵ ਜੀ ਦੀ ਬਾਂਹ ਫੜ ਕੇ ਮਹਾਰਾਜ ਕਹਿਣ ਲੱਗੇ, ਹੇ ਗੁਰੂ ਰਾਮਦਾਸ ਦੇ ਪੁੱਤਰ, ਤੁਸੀਂ ਧਨ 'ਚ ਇੰਨੀ ਗੱਲ ਕਹਿਣ 'ਚ ਸਮਾਧੀ ਲੱਗ ਗਈ ਕਹਿਣ ਲੱਗੇ, ਇੰਨੇ ਥੋੜੇ ਗਿਆਨ 'ਚ ਏਡੀ ਵੱਡੀ ਕਿਰਪਾ ਹੋ ਗਈ ਕਹਿਣ ਲੱਗੇ। ਹਾਂਜੀ। ਲਹੋ ਸਮਾਧ ਵਹਿਰ ਕੀ ਅਬ ਤੁਮ, ਜਗਤ ਆਪਨੋ ਰੂਪ ਪਛਾਨ। ਹੁਣ ਕਹਿਣ ਲੱਗੇ ਅੱਖਾਂ ਖੋਲੋ, ਹੁਣ ਅਸੀਂ ਅੱਗੇ ਸੀ ਅੰਦਰ ਦੀ ਸਮਾਧੀ ਲੱਗੇ, ਹੁਣ ਤੁਹਾਡੀ ਬਾਹਰ ਦੀ ਸਮਾਧੀ ਲਾ ਦਿੰਦੇ ਆ। ਕਿਵੇਂ? ਜਿਵੇਂ ਤੁਸੀਂ ਅੰਦਰ ਟਿਕ ਗਏ ਸੀਗੇ, ਆਪਣੇ ਰੂਪ ਵਿੱਚ ਪਹੁੰਚ ਗਏ ਸੀਗੇ, ਆਨੰਦ ਮਿਲ ਰਿਹਾ ਸੀ, ਹੁਣ ਬਾਹਰ ਦੀ ਸਮਾਧੀ ਇਹਦੇ ਤੋਂ ਵੀ ਵੱਡੀ ਕਿਰਪਾ। ਅੱਖਾਂ ਖੋਲੋਗੇ ਤੁਹਾਨੂੰ ਸਭ ਕੁਝ ਵਿਖੇਗਾ ਹੀ। ਰੱਬ ਕਹਿਣ ਲੱਗੇ, ਰੱਬ ਤੋਂ ਬਗੈਰ ਦੂਜਾ ਵਿਖੇਗਾ ਹੀ ਨਹੀਂ। ਬ੍ਰਹਮ ਸੋ ਦੀਸੈ ਬ੍ਰਹਮ ਸੋ ਸੁਣੀਐ। ਅੱਜ ਤੋਂ ਤੁਸੀਂ ਬ੍ਰਹਮ ਨੂੰ ਹੀ ਵੇਖੋਗੇ ਤੇ ਬ੍ਰਹਮ ਨੂੰ ਹੀ ਸੁਣੋਗੇ। ਅੱਖਾਂ ਖੁੱਲਿਆਂ ਦੀ ਸਮਾਧੀ ਹੈ। ਹਾਂਜੀ। ਤਿਸ ਬਿਨ ਊਨ ਨਹੀਂ ਕੋ ਥਾਨ। ਤੁਹਾਨੂੰ ਰੱਬ ਤੋਂ ਬਗੈਰ ਹੁਣ ਦੂਜੀ ਥਾਂ ਹੀ ਨਹੀਂ ਵਿਖੇਗੀ। ਕਿਰਪਾ ਕਰ ਦਿੱਤੀ ਜੀ ਮਹਾਰਾਜ ਨੇ। ਭਗਤ ਜੀ ਕਹਿੰਦੇ ਨਾ, ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਜਿਨ੍ਹਾਂ ਦੀ ਜਾਗਦਿਆਂ ਦੀ ਸਮਾਧੀ ਲੱਗ ਗਈ ਜੀ। ਹੁਣ ਵੇਖੋ ਨਾ, ਅੱਖਾਂ ਬੰਦ ਕਰਕੇ ਸਮਾਧੀ ਲੱਗਣੀ ਬੜੀ ਵੱਡੀ ਗੱਲ ਹੈ ਜੀ, ਪਰ ਕੰਮ ਕਰ ਰੁਕ ਜਾਂਦੇ। ਤੇ ਜਿਨ੍ਹਾਂ ਤੇ ਫਿਰ ਹੋਰ ਕਿਰਪਾ ਹੁੰਦੀ ਨਾ, ਉਹ ਕੰਮ ਵੀ ਕਰਦੇ ਪਰ ਸਮਾਧੀ ਲੱਗੀ ਰਹਿੰਦੀ ਜੀ, ਅੰਦਰ ਨਾਮ ਚੱਲਦਾ ਰਹਿੰਦਾ ਜੀ। ਸਭ ਵਾਹਿਗੁਰੂ ਨੂੰ ਵੇਖਦੇ ਹੋ। ਹਾਂਜੀ। ਜਾਗਤ ਸੁਪਤ ਉਠਤ ਅਰ ਬੈਠਤ, ਫਿਰਤ ਸਥਿਤ ਇੱਕ ਰਸ ਬ੍ਰਿਤ ਠਾਨ। ਜਾਗਦਿਆਂ, ਸੁੱਤਿਆਂ, ਉੱਠਦਿਆਂ, ਬੈਠਦਿਆਂ ਅੱਜ ਤੋਂ ਤੁਹਾਡੀ ਬਿਰਤੀ ਵਿੱਚ ਫਰਕ ਨਹੀਂ ਪਏਗਾ। ਮਹਾਰਾਜ ਕਹਿਣ ਲੱਗੇ, ਫਰਕ ਨਹੀਂ ਪਏਗਾ। ਹਾਂਜੀ। ਦ੍ਰਿਗ ਉਘਾਰ ਕਰ ਅਨੁਜ ਬੇਲੋਕਿਓ, ਮਹਿਮਾ ਮਹਾਜਾਨ ਸੁਖ ਪਾਏ। ਸੋ ਬਾਬਾ ਮਹਾਦੇਵ ਜੀ ਨੇ ਅੱਖਾਂ ਖੋਲੀਆਂ, ਅੱਖਾਂ ਖੋਲ ਕੇ ਆਪਣੇ ਭਰਾ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ। ਮਹਿਮਾ ਦਾ ਪਤਾ ਲੱਗ ਗਿਆ। ਜਿਸ ਗੱਲ ਦੀ ਪ੍ਰਾਪਤੀ ਵਾਸਤੇ ਬਾਬਾ ਜੀ ਨੇ ਜ਼ੋਰ ਲਾ ਲਿਆ ਸੀ ਆਪਣੀ ਜ਼ਿੰਦਗੀ 'ਚ, ਗੁਰੂ ਅਰਜਨ ਦੇਵ ਜੀ ਨੇ ਇੱਕੋ ਹੀ ਦ੍ਰਿਸ਼ਟੀ ਪਾਈ ਤੇ ਸਾਰੀ ਗੱਲ ਬਣਾ ਦਿੱਤੀ ਜੀ। ਗੁਰੂ ਦੀ ਮਿਹਰ ਵਿੱਚ ਬੜੀ ਵੱਡੀ ਤਾਕਤ ਹੈ। ਗੱਜ ਕੇ ਆਖੋ ਵਾਹਿਗੁਰੂ। ਇੱਕੋ ਹੀ ਦ੍ਰਿਸ਼ਟੀ ਪਾਈ ਤੇ ਗੱਲ ਬਣਾਤੀ ਤੇ ਜਨਮ ਮਰਨ ਕੱਟਿਆ ਗਿਆ। ਚਿੱਟੇ ਘੋੜੇ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ, ਮਹਾਰਾਜ ਜਾ ਰਹੇ। ਪਿਓ ਪੁੱਤ ਆਏ ਜੀ ਦੋਵੇਂ, ਪਿਓ ਪੁੱਤ। ਪਿਓ ਪੁੱਤ ਕਹਿਣ ਲੱਗੇ, ਮਹਾਰਾਜ ਅਸੀਂ ਨਾ ਚਿੱਤਰ ਬਣਾਉਂਦੇ ਲੋਕਾਂ ਦੇ ਤੇ ਬੜੇ ਸੋਹਣੇ ਬਣਾਉਂਦੇ। ਸਤਿਗੁਰੂ ਜੀ ਕਹਿਣ ਲੱਗੇ, ਬੜੀ ਚੰਗੀ ਗੱਲ ਹੈ। ਬਾਬਾ ਬਿਧੀ ਚੰਦ ਜੀ ਲਾਗੇ ਖਲੋਤੇ ਸੀ। ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੂੰ ਕਹਿਣ ਲੱਗੇ, ਜੇ ਤੁਸੀਂ ਚਿੱਤਰ ਬਣਾਉਂਦੇ ਹੋ ਤੇ ਮੇਰੇ ਸਤਿਗੁਰੂ ਜੀ ਦਾ ਚਿੱਤਰ ਬਣਾਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਉਹ ਪਤਾ ਕੀ ਕਹਿਣ ਲੱਗੇ? ਕਹਿੰਦੇ, ਬਾਬਾ ਜੀ
ਜਿਹਦਾ ਚਿੱਤਰ ਬਣਾਉਣਾ ਹੋਵੇ ਪਹਿਲਾਂ ਉਹਨੂੰ ਮਨ 'ਚ ਵਸਾਉਣਾ ਪੈਂਦਾ ਹੈ, ਫਿਰ ਬਣਦਾ। ਗੁਰੂ ਹਰਗੋਬਿੰਦ ਸਾਹਿਬ ਬਹੁਤ ਪਵਿੱਤਰ ਸਰੂਪ ਨੇ ਤੇ ਅਸੀਂ ਬੜੇ ਮੈਲੇ ਹੈਗੇ, ਸਾਡਾ ਮਨ ਬੜਾ ਮੈਲਾ ਹੈਗਾ। ਤੇ ਗੁਰੂ ਜੀ ਜੇ ਕਿਰਪਾ ਕਰਨ, ਹਾਂ ਕਰਨ, ਮਹਾਰਾਜ ਕਹਿੰਦੇ ਬਣਾ ਲਓ। ਉਹਨਾਂ ਮਹਾਰਾਜ ਦਾ ਉਸ ਸਮੇਂ ਉਹੋ ਜਿਹੇ ਰੰਗਾਂ ਦੇ ਹਿਸਾਬ ਦੇ ਨਾਲ ਜਿਹੋ ਜਿਹਾ ਸਤਿਗੁਰੂ ਜੀ ਦਾ ਸਰੀਰ ਸੀ, ਚਿੱਤਰ ਬਣਾਇਆ। ਬਾਬਾ ਬਿਧੀ ਚੰਦ ਜੀ ਬੜੇ ਖੁਸ਼ ਹੋਏ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਵੀ ਕੁਝ ਮੰਗੋ। ਕਹਿੰਦੇ ਮਹਾਰਾਜ ਜੋ ਦੇਣਾ ਦੇ ਦਿਓ। ਤੇ ਗੁਰੂ ਸਾਹਿਬ ਉਹਨਾਂ ਤੇ ਖੁਸ਼ ਬੜੇ ਹੋਏ। ਗੁਰੂ ਹਰਗੋਬਿੰਦ ਸਾਹਿਬ ਗੁਰੂ ਦੀ ਖੁਸ਼ੀ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਉਹਨਾਂ ਤੇ ਖੁਸ਼ ਬੜੇ ਹੋਏ ਜੀ, ਤੇ ਮਹਾਰਾਜ ਨੇ ਪਤਾ ਕੀ ਕੀਤਾ ਜੀ, ਉਹਨੂੰ 100-200 ਰੁਪਈਆ ਦੇ ਕੇ ਵੀ ਖਹਿੜਾ ਛੁਡਾ ਸਕਦੇ। ਚਿੱਤਰਕਾਰਾਂ ਨੂੰ ਉਸ ਸਮੇਂ 100-200 ਰੁਪਈਆ ਬੜੀ ਵੱਡੀ ਗੱਲ ਸੀ। ਮਹਾਰਾਜ ਕਹਿਣ ਲੱਗੇ ਤੁਸੀਂ ਸੱਚੇ ਮਨੋਂ ਸੇਵਾ ਕੀਤੀ ਹੈ, ਜਾਓ ਤੁਹਾਡੇ ਦੋਵਾਂ ਪਿਓ ਪੁੱਤਾਂ ਦਾ ਅੱਜ ਤੋਂ ਜਨਮ ਮਰਨ ਹੀ ਕੱਟ ਦਿੱਤਾ। ਕਹਿਣ ਲੱਗੇ ਇੰਨੀ ਕੁ ਗੱਲ ਤੇ ਜਿਹਦੇ ਤੇ ਗੁਰੂ ਦੀ ਮਿਹਰ ਹੋ ਗਈ, ਦ੍ਰਿਸ਼ਟੀ ਹੋ ਗਈ, ਉਹਨਾਂ ਨਾਲ ਤੇ ਫਿਰ ਇੰਝ ਹੀ ਹੁੰਦਾ। ਬਾਬਾ ਮਹਾਦੇਵ ਜੀ ਤੇ ਮਿਹਰ ਦੀ ਦ੍ਰਿਸ਼ਟੀ ਪਾਈ, ਸਮਾਧੀ ਲਾਤੀ, ਜਨਮ ਮਰਨ ਕੱਟੇ ਗਏ, ਆਨੰਦ ਬਣ ਕੇ। ਕਿਉਂਕਿ ਗੁਰੂ ਜੀ ਆਪ ਰੱਬ ਪਰਮੇਸ਼ਰ ਹਨ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਬਾਬਾ ਜੀ ਨੇ ਸਰੀਰ ਤਿਆਗਣਾ, ਉਹ ਕੱਲ ਨੂੰ ਪ੍ਰਸੰਗ ਸਰਵਣ ਕਰਾਂਗੇ। ਪਿਆਰ ਨਾਲ ਪੰਕਤੀ ਫੜੋ, ਫਿਰ ਦਾਸ ਖਿਮਾ ਮੰਗੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਾਰੀ ਸੰਗਤ ਗੱਜ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੱਜ ਕੇ ਪਰਤਖ ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਅੰਮ੍ਰਿਤ ਬਚਨ ਸੁਣਾਏ। ਬਾਬਾ ਮਹਾਦੇਵ ਜੀ ਦੀ ਬਿਰਤੀ ਜੋੜ ਦਿੱਤੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਵਾਹਿਗੁਰੂ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ
ਬਾਬਾ ਮਹਾਦੇਵ ਜੀ ਨੇ ਸਰੀਰ ਤਿਆਗਣਾ। ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਦੀ ਬਣ ਗਈ ਹੈ। ਸਰੀਰ ਕਿਵੇਂ ਤਿਆਗਦੇ ਆ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।